ਅਦਰਵਾਈਜ਼ ਬਾਕੀ ਚੀਜ਼ਾਂ ਸੱਚ ਕਾਲ ਕੂੜ ਵਰਤਿਆ ਜਿਹੜਾ ਨਾ, ਜਦੋਂ ਸੱਤ ਵਿੱਚੋਂ ਗੁੰਮ ਹੋ ਜਾਂਦਾ ਹੈ ਸੰਸਾਰ ਚੋਂ, ਹਾਂਜੀ ਸੱਚ ਕਾਲ ਕੂੜ ਵਰਤਿਆ, ਕਲ ਕਾਲਕ ਬੇਤਾਲ, ਬੰਦੇ ਰਾਖਸ਼ ਬਣ ਜਾਂਦੇ ਨੇ ਜਦੋਂ ਸੱਤ ਵਿੱਚੋਂ ਨਿਕਲ ਜਾਂਦਾ ਹੈ। ਗੁਰੂ ਸਾਹਿਬ ਨੇ ਕਿਹਾ ਸੀ ਵੀ ਆਜ ਸੱਚ ਜੁਗਾਦ ਸੱਚ ਹੈ, ਵੀ ਸੱਚ ਨਾਨਕ ਹੋਸੀ ਵੀ ਸੱਚ, ਤੇ ਸੱਚ ਕਿਨਾਰੇ ਰਹਿ ਗਿਆ ਖਹਿ ਮਰਦੇ ਬਾਹਮਣ ਮੌਲਾਣੇ। ਜਦੋਂ ਸੱਚ ਵਿੱਚੋਂ ਗੁੰਮ ਹੋ ਜਾਂਦਾ ਲੋਕੀ ਲੜਨਾ ਸ਼ੁਰੂ ਕਰ ਦਿੰਦੇ। ਯੈਸ, ਇਸ ਕਰਕੇ ਸੱਚ ਬਹੁਤ ਜ਼ਰੂਰੀ ਹੈ। ਅਜੋਕੇ ਯੁੱਗ ਵਿੱਚ ਝੂਠ ਦਾ ਹੀ ਤਾਂ ਸਾਰਾ ਪਸਾਰਾ, ਤੇ ਸੱਚ ਲੱਭਦਾ ਹੀ ਕੋਈ ਨਹੀਂ। ਹਾਂਜੀ ਸੋ ਹਾਂਜੀ ਸੋ ਥੋੜਾ ਜਿਹਾ ਕਰਨਾ ਨਾ, ਜਿੱਦਾਂ ਇੱਕ ਜੀ ਬਹੁਤ ਵਧੀਆ ਗੱਲ ਗੁਰੂ ਸਾਹਿਬ ਨੇ ਕਹੀ ਏ, ਉਹ ਕਹਿੰਦੇ ਨੇ ਕਿ ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੇ ਹਰ ਸੋਭਾ ਦੇਵੋ ਜਿਤ ਸਬਰੈ ਮੇਰਾ ਕਾਜੋ, ਹੋਰ ਮਨਮੁਖ ਦਾਜ ਜੇ ਰੱਖ ਵਿਖਾਲੇ ਸੋ ਕੂੜ ਅੰਕਾਰ ਕੱਚ ਪਾਜੋ। ਪੁਰਾਣੇ ਵਕਤਾਂ ਨਾ ਦਾਜ ਵਿਖਾਲਦੇ ਹੁੰਦੇ ਸੀ, ਪਲਗਾਂ ਤੇ ਦਾਜ ਪਾ ਦੇਣਾ ਤੇ ਸਾਰਾ ਪਿੰਡ ਆਉਂਦਾ ਹੁੰਦਾ ਸੀ ਕਿ ਫਲਾਣੇ ਘਰ ਦਾਜ ਵੇਖਣ ਚੱਲੀਏ। ਤੇ ਗੁਰੂ ਸਾਹਿਬ ਨੇ ਉਹ ਪਰੰਪਰਾ ਦਾ ਖੰਡਨ ਕੀਤਾ ਕਿ ਹੋਰ ਮਨਮੁਖ ਦਾਜ ਜੇ ਰੱਖ ਵਿਖਾਲੇ ਸੋ ਕੂੜ ਅੰਕਾਰ ਕੱਜ ਪਾਜੋ, ਹਰ ਭਾ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ। ਇੱਕ ਲੜਕੀ ਵੱਲੋਂ ਪੁਕਾਰ ਹੈ ਪਿਤਾ ਨੂੰ ਕਿ ਮੈਨੂੰ ਹਰੀ ਦੇ ਨਾਮ ਦਾ ਦਾਜ ਦੇ, ਤੇ ਆ ਜਿਹੜੇ ਮਨਮੁਖ ਵਿਖਾਲਦੇ ਫਿਰਦੇ ਨੇ ਇਹ ਹੰਕਾਰ ਹੈ, ਇਹ ਵਿਖਾਲਾ ਹੈ। ਸੋ ਗੁਰੂ ਸਾਹਿਬ ਵਿਖਾਲੇ ਦੇ ਬੜੇ ਵਿਰੁੱਧ ਨੇ ਕਿ ਥਾਂ ਥਾਂ ਤੇ ਗੁਰੂ ਸਾਹਿਬ ਨੇ ਕਿਹਾ ਕਿ ਅੰਦਰੋਂ ਬਾਹਰੋਂ ਇੱਕ ਹੋ ਕੇ ਜੀਓ, ਤਾਂ ਹੀ ਜੀਵਨ ਦਾ ਥਾਟ ਵਰਡ ਐਂਡ ਡੀਡ। ਜੋ ਸਾਡੇ ਮਨ ਵਿੱਚ ਹੋਵੇ ਉਹ ਸਾਡੇ ਬੁੱਲਾਂ ਤੇ ਹੋਵੇ, ਤੇ ਜੋ ਬੁੱਲਾਂ ਤੇ ਹੋਵੇ ਉਹ ਸਾਡੇ ਐਕਸ਼ਨ ਚ ਹੋਵੇ। ਜਿਨ ਮਨ ਹੋਰ ਮੁਖ ਹੋਰ ਸੇ ਕਾਢੇ ਕੱਚਿਆ, ਗੁਰੂ ਕਹਿੰਦੇ ਨੇ ਆਪਣਾ ਅੰਦਰਲਾ ਤੇ ਬਾਹਰਲਾ ਸਵਾਰ ਕੇ ਜੀਵੋ। ਧੰਨਵਾਦ। ਥੈਂਕ ਯੂ ਗਿਆਨੀ ਸੁਚਾ ਸਿੰਘ ਜੀ। ਆਪਣੇ ਜਦੋਂ ਮਹਾਰਾਜ ਕਹਿੰਦੇ ਆ ਜਿੱਥੋਂ ਤੱਕ ਪਾਰਟੀਬਾਜ਼ੀ ਦੀ ਗੱਲ ਹੈ, ਉਹਦੇ ਵਿੱਚ ਧੜੇ ਦੀ ਗੱਲ ਹੋਈ ਹੈ, ਉਹਦੇ ਵਿੱਚ ਇੱਕ ਉਹਨਾਂ ਦਾ ਸ਼ਬਦ ਆਉਂਦਾ ਕਿ ਬਈ ਅਮਲੀ ਅਮਲ ਦਾ ਨਾਲ ਰਹਿੰਦੇ ਆ, ਦੂਜੇ ਨਾਲ ਸਾਡਾ ਧੜਾ ਹਰਦੇ ਨਾਲ। ਉਹਦੇ ਬਾਰੇ ਵਿਚਾਰ ਦੱਸੋ ਆਪਣੇ ਜਰਾ। ਉਹ ਸ਼ਬਦ ਹੈਗਾ ਜੀ ਆਪਣੇ, ਉਹ ਵੈਸੇ ਪਹਿਲੇ ਪਾਤਸ਼ਾਹ ਦਾ ਹੈ ਜੀ, ਆਪਣੇ ਅਮਲੀ ਅਮਲ ਨਾ ਅੰਬੜੇ ਮੱਛੀ ਨੀਰ ਨਾ ਹੋਏ, ਪਰ ਉਹ ਨਹੀਂ ਤੁਸੀਂ ਕਹਿ ਰਹੇ ਹੋ। ਇਹ ਗੌੜੀ ਰਾਗ ਦਾ ਸ਼ਬਦ ਹੈ ਜੀ, ਕਿਸੇ ਧੜਾ ਕੀਆ ਸਕੇ ਨਾਲ ਉਹ ਦੂਸਰਾ ਆ। ਇਹ ਹੈਗਾ ਕਿਸੇ ਹੀ ਧੜਾ ਕੀਆ, ਰਾਈਟ। ਮਿੱਤਰ ਸੁਤ ਨਾਲ ਭਾਈ ਕਿਸੇ ਧੜਾ ਕੀਆ ਕੁੜਮ ਸਕੇ ਨਾਲ ਜਲਾਈ, ਕਿਸੇ ਧੜਾ ਕੀਆ ਹਰਿਆ ਸੁਮਾਈ ਸਰਦਾਰ ਚੌਧਰੀ ਨਾਲ ਅੰਬਰਾ ਧੜਾ ਹਾਰਿਆ। ਰਾਈਟ। ਸੋ ਉਹਦੇ ਵਿੱਚ ਜਿਹੜਾ ਗੁਰੂ ਮਹਾਰਾਜ ਜੀ ਦੱਸਦੇ ਆ ਕਿ ਜਿਹੜੀ ਦੁਨੀਆ ਹੈਗੀ ਹੈ ਇਹ ਸੰਸਾਰ ਦੇ ਅੰਦਰ ਆਪਣਾ ਆਪਣਾ ਇੱਕ ਧੜਾ ਬਣਾਉਂਦੀ ਹੈ, ਆਪਣੀ ਇੱਕ ਧਿਰ ਬਣਾਉਂਦੀ ਹੈ, ਜਿਸ ਧਿਰ ਦੇ ਵਿੱਚ ਰਲ ਕੇ ਇਹ ਆਪਣੇ ਆਪ ਨੂੰ ਵੱਡਾ ਸੇਫ ਸਮਝਦੀ ਹੈ। ਸੋ ਉਹਦੇ ਵਿੱਚੋਂ ਕਈ ਆਪਣੇ ਰਿਸ਼ਤੇਦਾਰੀ ਦੇ ਨਾਲ ਧੜੇ ਬਣਾ ਲੈਂਦੇ ਆ, ਕਈ ਵੱਡੇ ਅਮੀਰ ਲੋਕਾਂ ਦੇ ਨਾਲ, ਚੌਧਰੀਆਂ ਆਦਿਕ ਦੇ ਨਾਲ, ਅਮੀਰ ਬੰਦੇ ਦੇ ਨਾਲ ਧੜਾ ਬਣਾ ਕੇ ਉੱਥੇ ਆਪਣੇ ਆਪ ਨੂੰ ਸੇਫ ਮਹਿਸੂਸ ਕਰਦੇ ਆ। ਪਰ ਜਿਹੜਾ ਹਮਰਾ ਧੜਾ ਹਾਰ ਰਿਹਾ ਸਮਾਈ, ਤਾਂ ਉਹ ਗੁਰੂ ਮਹਾਰਾਜ ਜੀ ਕਹਿੰਦੇ ਕਿ ਆਤਮਿਕ ਜੀਵਨ ਜਿਉਣ ਦੇ ਵਾਸਤੇ, ਸਿੱਖਣ ਦੇ ਵਾਸਤੇ ਅਸੀਂ ਜਿਹੜਾ ਧੜਾ ਬਣਾਇਆ ਜਾਂ ਅਸੀਂ ਜਿਹੜਾ ਪਾਸਾ ਲਿਆ ਜਾਂ ਅਸੀਂ ਜਿਹੜੀ ਕੰਪਨੀ ਲਈ ਹੈ ਉਹ ਪਰਮਾਤਮਾ ਵਾਲੀ ਲਈ ਹੈ, ਜਿਹਦੇ ਵਿੱਚ ਪਰਮਾਤਮਾ ਨੂੰ, ਪਰਮਾਤਮਾ ਦੇ ਗੁਣਾਂ ਦੇ ਨਾਲ ਜਿਉਣੇ ਵਾਲੇ ਭਲੇ ਲੋਕ ਹਨ। ਉਸ ਤਰ੍ਹਾਂ ਦੀ ਉਸ ਤਰ੍ਹਾਂ ਦੇ ਲੋਕਾਂ ਦੀ ਜਿਹੜੀ ਮੈਂ ਸੰਗਤ ਕੀਤੀ ਹੈ, ਤੇ ਉਸ ਸੰਗਤ ਦੇ ਵਿੱਚੋਂ ਜਿਹੜਾ ਮੈਂ ਆਤਮਿਕ ਜੀਵਨ ਮਹਿਸੂਸ ਕਰਦਾ। ਤੇ ਇੱਕ ਜਿਹੜਾ ਅਸੀਂ ਗੁਰੂ ਰਾਮਦਾਸ ਜੀ ਦੀ ਬਾਣੀ ਦੇ ਬਾਰੇ ਚ ਗੱਲ ਕਰਦੇ ਆ ਰਹੇ ਹਾਂ, ਤੇ ਜਿਹੜਾ ਦੋ ਸ਼ਬਦ ਅਸੀਂ ਹਮੇਸ਼ਾ ਕੋਟ ਕਰਦੇ ਹਾਂ। ਇੱਕ ਹੈਗਾ ਜੀ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਹੁਣ ਇਹ ਦੇਖੋ, ਇਹ ਸ਼ਬਦ ਇਹ ਵੀ ਚੌਥੇ ਪਾਤਸ਼ਾਹ ਜੀ ਦਾ ਹੈ ਨਾਟ ਰਾਗ ਦੇ ਵਿੱਚ। ਉਸ ਤੋਂ ਬਾਅਦ ਇੱਕ ਹੋਰ ਸ਼ਬਦ ਆਮ ਤੌਰ ਤੇ ਇਸੇ ਕੌਂਟੈਕਸਟ ਦੇ ਵਿੱਚ ਕੋਟ ਕਰਦੇ ਆ, ਉਹ ਹੈਗਾ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਹੈ। ਇਹ ਵੀ ਚੌਥੇ ਪਾਤਸ਼ਾਹ ਜੀ ਦਾ ਹੀ ਹੈ, ਗੌੜੀ ਰਾਗ ਦੀ ਵਾਰ ਦੇ ਵਿੱਚੋਂ ਹੈਗਾ, ਪੌੜੀ ਹੈਗੀ ਹੈ। ਠੀਕ ਹੈ ਜੀ। ਤੇ ਹੁਣ ਇਹ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਦੋ ਸ਼ਬਦ ਹੈ ਜਿਹੜੇ ਅਸੀਂ ਅਕਸਰ ਕੋਟ ਕਰਦੇ ਹਾਂ ਕਿ ਜਿਹੜਾ ਸਤਿਗੁਰੂ ਜੀ ਦਾ ਬਚਨ ਹੈ ਇਹੋ ਹੀ ਗੁਰੂ ਹੈ, ਇਹੋ ਹੀ ਗੁਰੂ ਹੈ। ਮਤਲਬ ਇਹ ਬਚਨ ਗੁਰੂ ਹੈ। ਗੁਰੂ ਕੀ ਹੈ?
ਜੇਕਰ ਗੁਰੂ ਦੇਖਣਾ ਤੇ ਕੀ ਹੈ, ਉਹ ਬਚਨ ਹੈ। ਦੈਟ ਮੀਨਸ ਬਚਨ ਕੀ ਹੈ? ਬਚਨ ਹੈ ਸਿੱਖਿਆ। ਬਚਨ ਕੀ ਹੈ? ਉਹ ਹੈ ਗੁਰੂ ਦਾ ਉਪਦੇਸ਼। ਦੈਟ ਮੀਨਸ ਕਿ ਗੁਰੂ ਉਪਦੇਸ਼ ਹੈ ਤੇ ਉਪਦੇਸ਼ ਹੀ ਗੁਰੂ ਹੁੰਦਾ ਹੈ। ਤੋ ਜੇਕਰ ਤੁਸੀਂ ਉਪਦੇਸ਼ ਨੂੰ ਮੰਨ ਲਿਆ, ਤੁਸੀਂ ਗੁਰੂ ਨੂੰ ਮੰਨ ਲਿਆ। ਜੇਕਰ ਉਪਦੇਸ਼ ਨੂੰ ਮੰਨ ਕੇ ਚੱਲ ਪਏ ਤਾਂ ਤੁਸੀਂ ਗੁਰੂ ਦਾ ਸਰੂਪ ਬਣ ਜਾਂਦੇ, ਗੁਰਬਾਣੀ ਹੀ ਬਣ ਜਾਂਦੇ ਆ। ਮਤਲਬ ਕਿ ਤੁਸੀਂ ਹੀ ਗਿਆਨ ਸਰੂਪ ਬਣ ਜਾਂਦੇ ਹੋ। ਤੇ ਇਹ ਵੀ ਸਭ ਤੋਂ ਵੱਡੀ, ਮੇਰੇ ਹਿਸਾਬ ਦੇ ਨਾਲ ਬਹੁਤ ਵੱਡੀ ਬਖਸ਼ਿਸ਼ ਹੈ ਗੁਰੂ ਰਾਮਦਾਸ ਜੀ ਦੀ, ਕਿ ਇਸ ਕੰਟੈਕਸਟ ਦੇ ਵਿੱਚ ਦੀ ਗੱਲ ਕੀਤੀ ਹੈ ਉਹ ਸਿਰਫ ਗੁਰੂ ਰਾਮਦਾਸ ਜੀ ਨੇ ਹੀ ਕੀਤੀ ਹੈ। ਤੇ ਇੱਥੋਂ ਸਾਨੂੰ ਸਮਝ ਲੱਗਦੀ ਕਿ ਅਸਲ ਦੇ ਵਿੱਚ ਗੁਰਬਾਣੀ ਕੀ ਹੈਗੀ ਹੈ। ਸੋ ਇਹ ਵੀ ਸਾਨੂੰ ਬਿਊਟੀਫੁਲ। ਹਾਂਜੀ, ਵੈਰੀ ਨਾਈਸ। ਇੱਕ ਹੋਰ ਥਾਂ ਵੀ ਸ਼ਬਦ ਆਉਂਦਾ, ਸਿੱਖੀ ਸਿੱਖਿਆ ਗੁਰ ਵਿਚਾਰ, ਹਾਂਜੀ। ਤੇ ਜਿਹੜਾ ਗੁਰੂ ਦਾ ਜਿਹੜਾ ਸਿੱਖਿਆ ਹੈ ਉਹਦਾ ਉਹਦੇ ਵਿਚਾਰਾਂ ਤੋਂ ਸਰੀਰ ਕਰਕੇ ਨਹੀਂ, ਉਹਦਾ ਉਹਦੇ ਸ਼ਬਦ ਕਰਕੇ ਹੈ, ਹਾਂਜੀ, ਜਿਵੇਂ ਤੁਸੀਂ ਦੱਸ ਰਹੇ ਆ। ਹੋਰ ਸ਼ਬਦਾਂ ਦਾ ਜੀ, ਗੁਰਸਿੱਖ ਮੀਤ ਚਲੋ ਗੁਰ ਚਾਲੀ। ਇਹ ਬੀਤੋ ਹੈ ਫਰੈਂਡ, ਤੁਸੀਂ ਗੁਰੂ ਦੀ ਚਾਲ ਤੇ ਚਲੋ। ਜਿਨ ਹਰ ਜਪਿਆ ਸੇ ਹਰ ਹੋਏ। ਜੋ ਜਪਦੇ ਨੇ ਉਹ ਹਰੀ ਦਾ ਰੂਪ ਬਣ ਜਾਂਦੇ ਨੇ। ਸੋ ਗੁਰੂ ਸਾਹਿਬ ਨੇ ਇਹ ਜਿਹੜੀ ਡਿਵੈਲਪਿੰਗ ਬਹੁਤ ਖਤਮ ਕੀਤਾ ਜੀ। ਹਾਂ ਮੈਂ ਵਿੱਚੋਂ ਖੋਵੇ, ਦੂਜਾ ਮੇਟੇ ਇੱਕੋ। ਥੈਂਕ ਯੂ ਜੀ। ਗਿਆਨੀ ਆਪਣੇ ਡਾਕਟਰ ਕੁਲਵਿੰਦਰ ਸਿੰਘ ਜੀ, ਤੁਹਾਡੇ ਖਿਆਲ ਅਨੁਸਾਰ ਦੇਖੋ ਹੁਣ ਸਾਡੇ ਜ਼ਿਆਦਾ ਆਦਤਾਂ ਪੈ ਗਈਆਂ ਨੇ, ਸਾਨੂੰ ਧੜੇਬਾਜ਼ੀ ਜ਼ਿਆਦਾ ਸ਼ੁਰੂ ਹੋ ਗਈ ਹੈ ਸਾਡੇ, ਚਾਹੇ SGPC ਦੀ ਇਲੈਕਸ਼ਨ ਹੈ ਜਾਂ ਸਾਡੇ ਹੋਰ ਇਲੈਕਸ਼ਨ ਨੇ ਜਾਂ ਹੋਰਨਾਂ ਥਾਵਾਂ ਤੇ, ਇਹ ਜ਼ਿਆਦਾ ਚੀਜ਼ਾਂ ਹੋ ਰਹੀਆਂ ਤੇ ਜਿਹੜਾ ਗੁਰੂ ਮਹਾਰਾਜ ਦਾ ਉਪਦੇਸ਼ ਆ ਉਹ ਸਾਡੇ ਤੋਂ ਘਟੀ ਜਾ ਰਿਹਾ। ਕੀ ਇਲਾਜ ਸਾਨੂੰ ਕਰਨਾ ਚਾਹੀਦਾ ਕਿ ਅਸੀਂ ਮੁੜ ਕੇ ਗੁਰੂ ਦੇ ਚਰਨਾਂ ਨੂੰ ਜੁੜ ਸਕੀਏ? ਇਹਦੇ ਬਾਰੇ ਵਿਚਾਰ ਦੱਸੋ ਆਪਣੇ। ਸਰ ਇਹਦੇ ਵਿੱਚ ਤੇ ਜਿਸ ਤਰ੍ਹਾਂ ਹੁਣ ਪ੍ਰੋਫੈਸਰ ਸੁੱਚਾ ਸਿੰਘ ਜੀ ਦੱਸ ਰਹੇ ਸੀ ਕਿ ਜਿਹੜੀ ਬਾਣੀ ਸਭ ਤੋਂ ਵੱਡੀ ਜਿਹੜੀ ਸਾਡੇ ਕੋਲ ਚੀਜ਼ ਹੈ ਨਾ, ਹੁਣ ਮੈਂ ਮੀਟਿੰਗ ਨੂੰ ਕੋਟ ਕਰ ਲੈਂਦਾ। ਹੁਣ ਮੇਰੇ ਜਿਹੜੇ ਸੱਜਣ ਮਿੱਤਰ ਗੁਰਸਿੱਖ ਵੀਰ ਬੋਲਦੇ ਨੇ ਨਾ, ਕਈ ਚੀਜ਼ਾਂ ਮੈਂ ਨੋਟ ਕਰਨੀਆਂ ਹੁੰਦੀਆਂ, ਫਿਰ ਮੈਨੂੰ ਖਿਆਲ ਆਉਂਦਾ ਹੈ ਕਿ ਨੋਟ ਕਰਨ ਦੀ ਜ਼ਰੂਰਤ ਨਹੀਂ ਹੈ। ਤੂੰ ਬਾਅਦ ਵਿੱਚ ਦੁਬਾਰਾ ਕੈਸਟ ਸੁਣੇਗਾ ਤੇ ਤੈਨੂੰ ਸਾਰਿਆਂ ਦੇ ਵਿਚਾਰ ਰਿਫਰੈਸ਼ ਕਰ ਦੇਗਾ, ਕਿਉਂਕਿ ਹਰ ਕਿਸੇ ਚੀਜ਼ ਨੋਟ ਕਰਨੇ ਚ, ਪਰ ਆਟੋਮੈਟਿਕਲੀ ਵੀ ਆਰ ਗੈਟਿੰਗ ਰਿਕਾਰਡਡ। ਤੇ ਸਾਡੇ ਕੋਲ ਚੀਜ਼ ਹੈ, ਗੁਰੂ ਸਾਹਿਬ ਦੇ ਵੇਲੇ ਜੋ ਬੈਸਟ ਚੀਜ਼ ਸਾਡੇ ਕੋਲ ਹੈਗੀ ਸੀ ਉਹ ਕੀ ਸੀ? ਬਾਣੀ। ਗੁਰੂ ਹੈ ਬਾਣੀ। ਮੈਂ ਤੁਹਾਡੇ ਵਿਚਾਰਾਂ ਨੂੰ ਸੁਣ ਲਵਾਂ, ਤੁਹਾਡੀਆਂ ਗੱਲਾਂ ਨੂੰ ਫੋਲੋ ਕਰ ਲਵਾਂ ਜਾਂ ਤੁਹਾਨੂੰ ਮਿਲ ਲਵਾਂ, ਇਹ ਦੋਨੋਂ ਚੀਜ਼ਾਂ 'ਚ ਫਰਕ ਨਹੀਂ ਹੈਗਾ। ਕਿਉਂਕਿ ਬੋਡੀ ਪੈਰੀਸ਼ੇਬਲ ਹੈ, ਲੇਕਿਨ ਜਿਹੜਾ ਤੁਹਾਡਾ ਗਿਆਨ ਹੈ ਪੈਰੀਸ਼ੇਬਲ ਹੈ। ਐਸੇ ਚੀਜ਼ ਤੇ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਹੈ ਕਿ ਗੁਰਬਾਣੀ ਤੇ ਸੱਚ ਦਿੱਤੀ ਹੈ ਕਿ ਸਤਿਗੁਰ ਬਚਨ ਹੈ ਸਤਿਗੁਰ ਪਾਦਰ ਮੁਕਤ ਜਨਾ ਪੈ। ਉਹ ਕਹਿੰਦੇ ਸਤਿਗੁਰੂ ਦੀ ਜਿਹੜੀ ਪ੍ਰੀਜ਼ਰਵੇਬਲ ਚੀਜ਼ ਹੈਗੀ ਹੈ, ਅਸੀਂ ਬੋਡੀ ਨੂੰ ਪ੍ਰੀਜ਼ਰਵ ਨਹੀਂ ਕਰ ਸਕਦੇ ਪਰ ਬੰਦੇ ਦੇ ਗਿਆਨ ਨੂੰ ਪ੍ਰੀਜ਼ਰਵ ਕਰ ਸਕਦੇ। ਦੈਟ ਵਾਸ ਦਾ ਰੀਜ਼ਨ ਕਿ ਗੁਰੂ ਸਾਹਿਬਾਨ ਨੇ, ਜਿਸ ਤਰ੍ਹਾਂ ਹੁਣੇ ਸਾਰੇ ਗੁਰਸਿੱਖ ਵੀਰਾਂ ਨੇ ਵਿਚਾਰ ਦਿੱਤਾ ਹੈ ਕਿ ਬਾਣੀ ਤੇ ਬਹੁਤ ਸਟ੍ਰੈਸ ਦਿੱਤੀ। ਪ੍ਰੋਫੈਸਰ ਸੁੱਚਾ ਸਿੰਘ ਦੱਸ ਰਹੇ ਸਨ ਕਿ ਬੜੇ ਹੀ ਸ਼ਬਦ ਗੁਰਬਾਣੀ ਤੇ ਉਹਨਾਂ ਲਿਖੇ, ਤੇ ਕਿਉਂਕਿ ਇੱਕ ਬਾਣੀ ਹੀ ਐਸੀ ਚੀਜ਼ ਹੈ ਜਿਹਨੂੰ ਪ੍ਰੀਜ਼ਰਵ ਕੀਤਾ। ਔਰ ਇਹ ਹਾਂਜੀ ਇਹੀ ਹੋਈ ਹੈ ਜਿਹੜੀ ਸਾਡੇ ਘੱਟ ਗਿਆਨ ਦਿੱਤਾ ਜਾਂਦਾ ਇਹਦੇ ਵੱਲ। ਯੈਸ, ਹਾਂਜੀ, ਸਭ ਤੋਂ ਸਟਰੋਂਗ ਪੁਆਇੰਟ ਜਿਹੜਾ ਮੈਂ ਕਹਾਂਗਾ, ਧਰਮ ਤਾਂ ਸਾਰੇ ਚੰਗੇ ਹੁੰਦੇ ਆ, ਪਰ ਇੱਕ ਗੁਰਸਿੱਖੀ ਚ ਜੋ ਅਸੀਂ ਬਲੈਸਡ ਹੈਗੇ ਆ, ਇਹ ਹੈ ਕਿ ਗੁਰੂ ਸਾਹਿਬਾਂ ਦੇ ਆਪਣੇ ਹੱਥਾਂ ਨਾਲ ਲਿਖੀ ਹੋਈ, ਆਪਣੇ ਆਪ ਕੰਪਾਈਲ ਕੀਤੀ ਹੋਈ ਸਟੈਂਪਡ ਗੁਰਬਾਣੀ ਸਾਡੇ ਕੋਲ। ਪਹਿਲੇ ਜਿਹੜੇ ਦੇਵੀ ਦੇਵਤੇ ਹੋਏ ਨੇ, ਮਹਾਂਪੁਰਖ ਹੋਏ ਨੇ, ਉਹਨਾਂ ਨੇ ਵੀ ਬਾਣੀ ਉਚਾਰੀ ਹੋਏਗੀ, ਲੇਕਿਨ ਉਹ ਪ੍ਰੀਜ਼ਰਵ ਨਹੀਂ ਹੋਈ ਕਿਉਂਕਿ ਉਹ ਯੁੱਗ ਹੋਰ ਸੀ। ਲੇਕਿਨ ਵੀ ਆਰ ਲੱਕੀ ਇਨਫ ਕਿ ਗੁਰੂ ਸਾਹਿਬ ਦੀ ਬਾਣੀ ਸਾਡੇ ਕੋਲ ਪ੍ਰੀਜ਼ਰਵ ਹੈ। ਬਾਣੀ ਥਰੂ ਅਸੀਂ ਗੁਰੂ ਸਾਹਿਬ ਨਾਲ ਹਰ ਵੇਲੇ ਮਿਲ ਸਕਦੇ, ਉਹਨਾਂ ਦੇ ਦਰਸ਼ਨ ਕਰ ਲੈਂਦੇ ਹਾਂ, ਉਹਨਾਂ ਨਾਲ ਗੱਲ ਵੀ ਕਰ ਲੈਂਦੇ ਹਾਂ। ਥੈਂਕ ਯੂ। ਆਪਣੇ ਨਾਲ ਸੁਖਦੇਵ ਸਿੰਘ ਲਾਜਵਣੀ ਵੀ ਜੁੜੇ ਹੋਏ ਨੇ, ਮੈਂ ਉਹਨਾਂ ਦੇ ਵਿਚਾਰ ਲੈਣੇ ਚਾਹਨਾ। ਸਰ ਸੁਖਦੇਵ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰਾਮਦਾਸ ਜੀ ਧੜੇਬਾਜ਼ੀ ਦੇ ਨਾਲੋਂ ਸਾਡੇ ਜਾਤ ਪ੍ਰਤੀ ਜਿਹੜੀ ਹੈ ਨਾ, ਉਹ ਜ਼ਿਆਦਾ ਹੀ ਕੰਮ ਖਰਾਬ ਹੋ ਗਿਆ। ਤੁਸੀਂ ਤੇ ਜੋ ਦੂਰ ਬੈਠੇ ਸਿੱਖੀ ਦਾ ਦਰਦ, ਸਿੱਖੀ ਪ੍ਰਤੀ ਵਫਾਦਾਰੀ ਹੈ, ਉਹ ਪੰਜਾਬ ਚੋਂ ਕਿਧਰੇ ਵੀ ਨਹੀਂ ਦਿਸ ਰਹੀ। ਸਾਡੇ 'ਚ ਜਾਤ ਪਾਤ ਇਤਨੀ ਵੱਧ ਗਈ ਹੈ, ਅਸੀਂ ਸ਼ਡਿਊਲ ਕਾਸਟ ਨੂੰ ਆਪਣੇ ਦੂਰ ਇੰਨੇ ਲੈ ਗਏ ਹਾਂ ਕਿ ਤੜਾ ਤੜ ਉਹ ਸਾਈ ਬਣ ਰਿਹਾ। ਇੱਕ ਮੈਂ ਤਾਜੀ ਕੱਲ ਹੀ ਖਬਰ ਦੀ ਹੈ, ਇਹ ਮੈਂ ਤੁਹਾਨੂੰ ਥੋੜੀ ਦਿਖਾ ਰਿਹਾ। ਦੇਖੋ, ਇੱਕ ਬੰਦੇ ਨੇ, ਗੁਰਦੁਆਰਾ ਰਵਿਦਾਸ ਜੀ ਹੈਗਾ,
ਉਹਦੇ ਵਿੱਚ ਉਸਨੇ ਅਰਦਾਸ ਕੀਤੀ ਹੈ, ਮਹਾਰਾਜ ਗੁਰੂ ਮਹਾਰਾਜ ਦੀ ਬਖਸ਼ਿਸ਼ ਕਰ, ਸਾਡੇ ਜੋ ਪੱਛੜੀ ਜਾਤਾਂ ਦੇ ਵਿੱਚੋਂ ਕਦੀ ਮੁੱਖ ਮੰਤਰੀ ਬਣਾ, ਉਹਨੂੰ ਨੌਕਰੀ ਕੱਢ ਦਿੱਤਾ ਗਿਆ। ਦੋਸਤੋ ਇਹ ਕਿਸੇ ਬੰਦੇ ਦੀ ਅਰਦਾਸ ਕਰਨੀ ਗੁਰੂ ਘਰ ਦੇ ਵਿੱਚ, ਇਹ ਕੀ ਮਾੜਾ ਕੰਮ ਕੀਤਾ, ਉਹਨੂੰ ਨੌਕਰੀ ਚੋਂ ਕੱਢ ਦਿੱਤਾ ਗਿਆ। ਜੋ ਸਾਡਾ ਇਸ ਵਕਤ ਮੈਂ ਤੁਹਾਨੂੰ ਦੱਸਦਿਆਂ ਦੁੱਖ ਮਹਿਸੂਸ ਕਰ ਰਿਹਾ, ਈਸਾਈ ਧਰਮ ਵੱਲ ਬੰਦੇ ਖਿੱਚੇ ਜਾ ਰਹੇ ਆ, ਉਹ ਸ਼ਾਇਦ ਹੀ ਕਿਤੇ ਕੋਈ ਮਿਸਾਲ ਅੱਗੇ ਸਿੱਖ ਇਤਿਹਾਸ ਮਿਲਦੀ ਹੋਵੇ। ਜਿਸ ਵਕਤ 4 ਬੰਦਿਆਂ ਨੇ ਕਿਹਾ ਸੀ ਅਸੀਂ ਈਸਾਈ ਬਣਦੇ ਹਾਂ ਤੇ ਸਿੰਘ ਸਭਾ ਲਹਿਰ ਚਾਲੂ ਹੋ ਗਈ ਸੀ, ਉਸ ਤੋਂ ਬਾਅਦ ਅਕਾਲੀ ਦਲ ਬਣ ਗਿਆ ਸੀ। ਹੁਣ ਦੁੱਖ ਦੀ ਗੱਲ ਹੈ, ਅਕਾਲੀ ਦਲ ਹੀ ਵੱਡੇ ਵੱਡੇ ਜਿਹੜੇ ਚਰਚ ਹੈ ਨਾ ਉਹਨਾਂ ਦੀ ਨੀਂਹ ਪੱਥਰ ਰੱਖ ਰਿਹਾ ਤੇ ਲੋਕਾਂ ਨੂੰ ਉਕਸਾ ਰਿਹਾ ਕਿ ਬਈ ਤੁਸੀਂ ਸਾਨੂੰ ਵੋਟ ਪਾਉਣਾ, ਸਾਨੂੰ ਕੋਈ ਕੰਸਰਨ ਨਹੀਂ, ਤੁਸੀਂ ਸਿੱਖ ਹੋ ਈਸਾਈ ਹੋ। ਇਹ ਜਿਹੜੀ ਹੈ ਨਾ, ਮੈਂ ਤੁਹਾਡੇ ਵੀ ਜਿਹੜੇ ਦੂਰ ਬੈਠੇ ਆ, ਸਭ ਤੋਂ ਜ਼ਿਆਦਾ ਜੋ ਬੜੀ ਵਾਲੀ ਗੱਲ ਹੈ, ਜੋ ਫਿਕਰ ਵਾਲੀ ਗੱਲ ਹੈ, ਉਹ ਮੈਂ ਤੁਹਾਡੇ ਚੈਨਲ ਵਿੱਚ ਲਿਆ ਦਿੱਤੀ ਹੈ। ਥੈਂਕ ਯੂ ਜੀ, ਦੈਟਸ ਵੈਰੀ ਨਾਈਸ ਆਫ ਯੂ। ਭਾਈ ਮਨਦੀਪ ਸਿੰਘ, ਕੀ ਕਰਨਾ ਚਾਹੀਦਾ ਸਾਨੂੰ ਇਸ ਵਾਰ? ਹਾਂਜੀ, ਕਿਉਂਕਿ ਸੁਖਦੇਵ ਸਿੰਘ ਰਾਜ ਜੀ ਨੇ ਇੱਕ ਵਾਰੀ ਪਹਿਲਾਂ ਵੀ ਸਵਾਲ ਉਠਾਇਆ ਸੀ ਤੇ ਅਸੀਂ ਵੀ ਤਕਰੀਬਨ ਅਸੀਂ ਉਹ ਚੀਜ਼ ਨੂੰ ਦੇਖਿਆ। ਇਹ 2 ਚੀਜ਼ਾਂ ਹੈਗੀਆਂ। ਇੱਕ ਤਾਂ ਜਿਹੜਾ ਬੰਦਾ ਜਦੋਂ ਕਿਸੇ ਬੰਦੇ ਦੀ ਮਾਨਸਿਕਤਾ ਨਾਲ ਜਦੋਂ ਬੰਦਾ ਖੇਡਦਾ ਨਾ, ਕਿਸੇ ਦੀ ਮੈਂਟੈਲਿਟੀ ਦੇ ਨਾਲ, ਇੱਕ ਤਾਂ ਇਹਨਾਂ ਦੀ ਜਿਹੜੀ ਗੱਲ ਜਿਹੜੀ ਕੀਤੀ ਹੈ ਵੀ ਉਹਨਾਂ ਨੂੰ ਜਿਹੜਾ ਹੈਗਾ ਸਾਡੀਆਂ ਸੰਸਥਾਵਾਂ ਵੱਲੋਂ ਵੀ ਉਹਨਾਂ ਨੂੰ ਪਰੇ ਰੱਖਣ ਦੀ ਜਿਹੜੀ ਗੱਲ ਹੈਗੀ ਹੈ। ਇੱਕ ਤਾਂ ਸਾਡੇ ਵੱਲੋਂ ਜਦੋਂ ਪਿੱਛੇ ਨੂੰ ਧਕੇਲਿਆ ਗਿਆ ਤੇ ਫਿਰ ਉਹਨਾਂ ਨੇ ਕਿਸੇ ਨਾ ਕਿਸੇ ਪਾਸੇ ਜਾਣਾ, ਤੇ ਇੱਕ ਉਹਨਾਂ ਨੂੰ ਪੈਸੇ ਕਰਕੇ ਵੀ ਉਹਨਾਂ ਨੂੰ ਲਾਲਚ ਦਿੱਤਾ ਜਾਂਦਾ, ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਵਾਸਤੇ ਜਿਹੜੀ ਹੈਗੀ ਉਹ ਗੱਲ ਜਿਹੜੀ ਹੈਗੀ ਆ, ਉਹਨਾਂ ਨੂੰ ਦਾਅਵੇ ਕੀਤੇ ਜਾਂਦੇ, ਭਾਵੇਂ ਦਿੱਤੇ ਜਾਂਦੇ ਚਾਹੇ ਨਹੀਂ ਦਿੱਤੇ ਜਾਂਦੇ, ਉਹ ਗੱਲ ਵੱਖਰੀ ਹੈ, ਮਗਰ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਹਿਪਨੋਟਾਈਜ਼ ਕਰਕੇ ਉਹ ਕਈ ਕੁਛ ਕਰਦੇ ਹੈਗੇ ਉੱਥੇ। ਤੇ ਉਹ ਉਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਸਾਡਾ ਜਿਹੜਾ ਜਲੰਧਰ ਦੇ ਏਰੀਆ ਉਹਦੇ ਵਿੱਚ ਵੀ ਅਸੀਂ ਦੇਖਿਆ ਸੀ ਲੋਕੀ ਸਫਰ ਕਰ ਰਹੇ ਸੀਗੇ, ਮਗਰ ਉਹ ਕੋਈ ਜ਼ਿਆਦਾ ਪਰਮਾਨੈਂਟ ਉਹਨਾਂ ਦਾ ਉਹ ਚੀਜ਼ ਨਹੀਂ ਹੈਗੀ ਉਹਨਾਂ ਦੇ ਵਿੱਚ ਵੀ ਉਹਨਾਂ ਵਿੱਚ ਉਹ ਪੱਕੇ ਜਾਂਦੇ ਆ ਨਹੀਂ ਜਾਂਦੇ, ਕੀ ਕਰਦੇ ਕੀ ਨਹੀਂ ਕਰਦੇ, ਉਹਨਾਂ ਵਿੱਚ ਕਈ ਤਰੀਕੇ ਦੇ ਨਾਲ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਲੋਕਾਂ ਨੂੰ ਉਹਨਾਂ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮਗਰ ਜਿਨ੍ਹਾਂ ਦੀ ਸੱਚੀ ਸ਼ਰਧਾ ਗੁਰੂ ਦੇ ਨਾਲ ਹੈਗੀ ਆ, ਉਹ ਗੁਰੂ ਦੇ ਨਾਲ ਜੁੜੇ ਹੀ ਰਹਿੰਦੇ ਹਨ, ਚਾਹੇ ਉਹਨਾਂ ਨੂੰ ਜਿੰਨਾ ਵੀ ਕਿਸੇ ਨੂੰ ਮਿਟਾਉਣ ਦੀ ਜਾਂ ਇਦਾਂ ਦੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਇੱਕ ਮੇਰਾ ਦੋਸਤ ਸੀ, ਉਹਨੂੰ ਆ ਕੇ ਇਦਾਂ ਦੇ ਇਹਨਾਂ ਦੇ ਪਾਸਟਰ ਵਗੈਰਾ ਕਹਿੰਦੇ ਵੀ ਤੁਹਾਡਾ ਮੁੰਡਾ ਤੁਸੀਂ ਸਿੱਖੀ ਜੇ, ਤੁਹਾਡਾ ਬਿਮਾਰ ਆ, ਅਸੀਂ ਸਹੀ ਕਰ ਦਿੰਦੇ। ਸਾਡੇ ਉਹ ਸਿੱਖ ਦੀ ਸ਼ਰਧਾ ਇੰਨੀ ਸੀ, ਉਹ ਕਹਿੰਦਾ ਮੇਰਾ ਮੁੰਡਾ ਭਾਵੇਂ ਮਰ ਵੀ ਜਾਵੇ ਨਾ, ਮੈਂ ਤਾਂ ਵੀ ਤੁਹਾਡੇ ਨਾਲ ਨਹੀਂ ਲੜਦਾ। ਜਦੋਂ ਬੰਦੇ ਦੇ ਮਨ ਦੇ ਵਿੱਚ ਇਦਾਂ ਦੇ ਵਿਚਾਰ, ਇੱਕ ਸੱਚਾਈ ਨੂੰ ਜਦੋਂ ਲੈ ਕੇ ਜਦੋਂ ਤੁਸੀਂ ਤੁਰਦੇ ਆ ਨਾ, ਜਦੋਂ ਉਹਨੂੰ ਫਿਰ ਜਾਨੀ ਕਿ ਭੱਜਦੇ ਨੂੰ ਰਾਹ ਨਹੀਂ ਲੱਭਿਆ, ਤੇ ਕਹਿਣ ਦਾ ਮਤਲਬ ਵੀ ਸਾਨੂੰ ਵੀ ਜਿਹਦੇ ਮਨ ਦੇ ਵਿੱਚ ਭਾਵੇਂ ਕੋਈ ਗੁਰਬਤ ਦੇ ਵਿੱਚ ਹੈ ਚਾਹੇ ਕੋਈ ਅਮੀਰੀਅਤ ਵਿੱਚ ਹੈ, ਜਿਹਦਾ ਵਿਸ਼ਵਾਸ ਗੁਰਬਾਣੀ ਦੇ ਉੱਤੇ ਪੱਕਾ ਹੈ ਨਾ, ਤੇ ਉਹਨੂੰ ਕੋਈ ਡਲਾਣਾ ਜਿਹੜਾ ਹੈਗਾ ਉਹ ਜਿਹੜਾ ਹੈਗਾ ਉਹ ਕਿਸੇ ਦੇ ਵਾਸਤੇ ਸੰਭਵ ਨਹੀਂ ਹੈ। ਜਿੱਦਾਂ ਮਹਾਰਾਜ ਨੇ ਗੁਰੂ ਰਾਮਦਾਸ ਮਹਾਰਾਜ ਨੇ ਬਾਣੀ ਦੇ ਵਿੱਚ ਜਿਹਦਾ ਉਚਾਰਿਆ ਨਾ, ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਸੁਣਿਆ ਨਹੀਂ, ਉਹ ਕਮਾਉਣਗੇ ਕੀ? ਜਿਨ੍ਹਾਂ ਤੱਕ ਇਹ ਗੱਲ ਗਈ ਨਹੀਂ। ਇਸ ਕਰਕੇ ਇਹਨੂੰ ਕਮਾਉਣਾ ਵੀ ਹੈ, ਸੁਣਨਾ ਵੀ ਹੈ, ਮੰਨਣਾ ਵੀ ਹੈ, ਤੇ ਉਹਨੂੰ ਕਮਾਉਣਾ ਵੀ ਹੈ, ਫਿਰ ਜਿਹੜੀ ਇਹ ਸਿੱਖੀ ਪ੍ਰਾਪਤ ਕੀਤੀ ਜਾ ਸਕਦੀ ਹੈ। ਕੁਆਲਿਟੀ ਦੇ ਸਿੱਖ ਜਿਹੜੇ ਆ ਨਾ, ਭਾਵੇਂ ਘੱਟ ਵੀ ਹੋਣ, ਉਹ ਬਹੁਤ ਜ਼ਿਆਦਾ ਚੰਗੇ ਆ। ਜੇ ਇਸ ਤਰੀਕੇ ਦੇ ਨਾਲ ਕੋਈ ਲਾਜਵਾਸ ਹੋ ਕੇ ਜਾਂ ਕਿਸੇ ਤਰੀਕੇ ਨਾਲ ਜਾਂਦਾ, ਤੇ ਉਹਦੀ ਕੋਈ ਖਾਸ ਇੰਪੋਰਟੈਂਸ ਨਹੀਂ ਹੈ। We need to cut it out. We're going in another direction over here. ਗਿਆਨੀ ਧਰਮ ਸਿੰਘ ਜੀ, ਤੁਸੀਂ ਕੋਈ ਦੱਸਣਾ ਚਾਹੁੰਦੇ ਸੀ ਇੱਥੇ ਵਿਚਾਰ ਆਪਣਾ? ਮੈਂ ਇਹ ਜਿਹੜੀ ਗੱਲ ਭਾਈ ਮਨਦੀਪ ਸਿੰਘ ਹੋਰਾਂ ਕਹੀ, ਕਿਉਂਕਿ ਮੇਰਾ ਜ਼ਿਲ੍ਹਾ ਵੀ ਗੁਰਦਾਸਪੁਰ ਆ, ਤੇ ਉਹ ਕਈ ਤਰ੍ਹਾਂ ਸਾਡੇ ਪਿੰਡ ਦੇ ਵਿੱਚ ਵੀ ਕਾਫੀ ਈਸਾਈ ਨੇ, ਤੇ ਇਹ ਕਰਦੇ ਤੇ ਇਸੇ ਤਰ੍ਹਾਂ ਹੀ ਖਿਲਵਾੜ ਕਰਦੇ ਆ, ਤੇ ਉਹਦੇ ਵਾਸਤੇ ਸਭ ਤੋਂ ਵੱਧ ਭਾਈ ਸਾਹਿਬ ਗਿਆਨੀ ਧਰਮ ਸਿੰਘ ਜੀ, ਲੋਕਾਂ ਨੇ ਤਾਂ ਕਰੀ ਜਾਣਾ ਜਿੰਨਾ ਉਹਦੇ ਗਲਤ ਆ, ਸਾਡੀ ਅਸੀਂ ਕੀ ਕਰਦੇ ਆਂ? ਦੈਟਸ ਵਾਟ ਮੈਟਰ। ਦੁਨੀਆ ਤਾਂ ਆਲੇ ਦੁਆਲੇ ਸਾਰੀ ਕਰੀ ਜਾਣੀ ਆ ਸਭ ਕੁਝ ਉਹਨਾਂ ਨੇ। ਮੈਂ ਇਹੋ ਹੀ ਕਰਨ ਲੱਗਾ ਸੀਗਾ ਜੀ। ਗੱਲ ਇਹ ਆ ਵੀ ਸਾਨੂੰ ਹਰ ਸਿੱਖ ਜਿਹੜਾ ਆ ਜਿੱਥੇ ਜਿੱਥੇ ਬੈਠਾ ਆ ਉਹਨੂੰ ਉਹਨਾਂ ਦਾ ਮੁਕਾਬਲਾ ਕਰਨ ਵਾਸਤੇ ਯਤਨ ਕਰਨਾ ਚਾਹੀਦਾ ਆ। ਉਹਨਾਂ ਦੇ ਨਾਲ ਵਿਚਾਰ ਵਟਾਂਦਰੇ ਕਰਨੇ ਚਾਹੀਦੇ ਆ ਭਰੀ ਸਭਾ ਦੇ ਵਿੱਚ, ਜਿਸ ਤਰ੍ਹਾਂ ਗੁਰੂ ਸਾਹਿਬ ਜੀ ਕਰਦੇ ਰਹੇ ਆ, ਤੇ ਜਾਂ ਸਾਡੇ ਜਿੱਦਾਂ ਵੱਡੀਆਂ ਵੱਡੀਆਂ ਕਾਨਫਰੰਸਾਂ ਸਿੰਘ ਸਭਾ ਲਹਿਰ ਦੇ ਵੇਲੇ ਹੋਈਆਂ ਸੀਗੀਆਂ, ਉਹਦੇ ਵਾਸਤੇ ਜਿਹੜੇ ਵਿਦਵਾਨ ਆ ਉਹਨਾਂ ਸਾਰਿਆਂ ਨੂੰ ਇਕੱਠੇ ਹੋ ਕੇ ਪਿੰਡਾਂ ਦੇ ਵਿੱਚ, ਮੈਨੂੰ ਇਹ ਵੀ ਪਤਾ ਲੱਗਾ ਸੀ ਵੀ ਕੁਫਰ ਤੋੜ ਕਾਨਫਰੰਸਾਂ ਹੁੰਦੀਆਂ ਰਹੀਆਂ ਸਿੰਘ ਸਭਾ ਲਹਿਰ ਦੇ ਵੇਲੇ, ਜਦੋਂ ਇਹਨਾਂ ਲੋਕਾਂ ਦਾ ਜਿਹੜਾ ਪਖੰਡ ਤੇ ਕੁਫਰ ਜਿਹੜਾ ਸੀਗਾ ਉਹਨੂੰ ਨੰਗਾ ਕਰਦੇ ਸੀਗੇ, ਤਾਂ ਹੀ ਲੋਕਾਂ ਨੂੰ ਜਾਗਰਤੀ ਆਊਗੀ। ਉਹਦੇ ਵਾਸਤੇ ਜਿਸ ਤਰ੍ਹਾਂ ਅਸੀਂ ਹੁਣ ਇੱਥੇ ਬੈਠੇ ਆ,
ਇਹ ਸਾਰੇ ਤੇ ਸੁਣ ਨਹੀਂ ਰਹੇ, ਕੁਛ ਸੁਣਦੇ ਹੋਣਗੇ, ਔਰ ਬਹੁਤੀ ਵਾਰ ਐਸਾ ਹੁੰਦਾ ਕਿ ਸੁਣ ਵੀ ਉਹ ਰਹੇ ਹੁੰਦੇ ਜਿਹੜੇ ਇਹਨਾਂ ਵਿਚਾਰਾਂ ਦੇ ਨਾਲ ਸਹਿਮਤ ਹੁੰਦੇ ਨੇ। ਆਮ ਜਨਤਾ ਤੱਕ ਇਹ ਗੱਲਾਂ ਜਿਹੜੀਆਂ ਨਹੀਂ ਪਹੁੰਚਦੀਆਂ, ਉਹ ਉਸੇ ਤਰੀਕੇ ਨਾਲ ਹੀ ਪਹੁੰਚ ਸਕਦੀਆਂ ਨੇ ਕਿ ਪਿੰਡ ਪੱਧਰ ਤੇ, ਇਲਾਕੇ ਪੱਧਰ ਤੇ ਜਿਹੜਾ ਸਾਨੂੰ ਆਪਣਾ ਹਉਮੈ ਤਿਆਗ ਕੇ, ਲਾਲਚ ਛੱਡ ਕੇ ਤੇ ਇਹਦੇ ਵਾਸਤੇ ਕੁਰਬਾਨੀ ਤੇ ਕਰਨੀ ਪੈਂਦੀ ਆ ਜੀ, ਤਿਆਗ ਕਰਕੇ। ਥੈਂਕ ਯੂ ਜੀ। ਤੇ ਜਸਵੀਰ ਸਿੰਘ ਜੀ, ਤੁਹਾਡਾ ਕੀ ਵਿਚਾਰ ਹੈ ਇਸ ਤੇ? ਕੀ ਸਾਨੂੰ ਐਕਸ਼ਨ ਲੈਣਾ ਚਾਹੀਦਾ ਬਜਾਏ ਦੇ ਕਿ ਲੋਕਾਂ ਨੂੰ ਅਸੀਂ ਨਿੰਦੀ ਜਾਈਏ ਉਹਨੇ ਆਹ ਗਲਤ ਕਰਦਾ, ਉਹ ਆਹ ਗਲਤ ਕਰਦਾ, ਸਾਨੂੰ ਆਪ ਨੂੰ ਕੀ ਕਰਨਾ ਚਾਹੀਦਾ? देखो जी, जिस तरह किया गया है, as you have said, there's a lot of corruption. It's unfortunate, but we can't be distracted by that. We have to continue the right path. As you all pointed out, that the uniqueness of Sikh Dharma is that it's not personality focused. It is principle focused. That we follow the principles and teachings of Gurus, and we don't worship the Gurus by themselves. So we have to continue this message and continue to propagate the universality of our religion. It's not just religion for the Sikhs only, for everybody, because the principles of Sikhism are so universal for the benefit of all mankind. So that's all what we can do to continue on this effort and convey the message of the Gurus in the right spirit and the right perspective. Not that we want to down any religion, but we want to enlighten. I can give you one example. Very briefly, I'll say, it won't take too much time. I attend sometime the winter solstice, where our so-called Sikhs who are followers of Yogi Bhajan Singh, and I have a friend over there, and the lady, he came to me, I was somewhere standing elsewhere, Jasveer, I need your help. I said, okay. Then I went over. She said, he's my friend, and he has a question, and I don't know how to answer that. And he said, sir, I come from a Catholic background, and I like all what you say, all what you do, but I cannot give up on Jesus. So this was a very interesting question. So I answered him, look, Sikh doesn't mean that you have to give up on Jesus. By understanding the Sikh principle, you will have a better perspective of who really Jesus was. Jesus is not just the body that existed 2,000 years ago. It is the principle and the teachings which are more important. Yeah, so, that was wonderful handling. Wonderful handling. Behold, 1 month later, he came to our Randu Gurdwara. He was a complete turban and everything else. So he was converted that way. So this is how we have to handle this issue. Yeah, that was very good handling. ਆਪਣੇ ਡਾਕਟਰ ਕਵਿੰਦਰ ਸਿੰਘ ਜੀ, ਦੇਖੋ ਹੁਣ ਜਿਹੜਾ ਗੁਰੂ ਰਾਮਦਾਸ ਜੀ ਵੀ ਦੇ ਮੌਕੇ ਵਿਰੋਧਤਾ ਤਾਂ ਉਦੋਂ ਵੀ ਹੁੰਦੀ ਸੀ ਗੁਰੂ ਅਰਜਨ ਦੇਵ ਜੀ ਦੇ ਤੇ ਸਾਰਿਆਂ ਗੁਰੂਆਂ ਦੇ, ਗੁਰੂ ਨਾਨਕ ਸਾਹਿਬ ਨੂੰ ਵੀ ਕੋਈ ਦੀਵਾਨਾ, ਕੋਈ ਭੋਦਨਾ, ਕੋਈ ਕੁਝ ਕਹਿੰਦਾ ਸੀ, ਪਰ ਉਹਨਾਂ ਦੇ ਨਾਲ ਲੜਾਈ ਥੋੜਾ ਲੜਦੇ ਸੀ ਉਹਨਾਂ ਦੇ ਨਾਲ, ਪਰ ਉਹਨਾਂ ਦੀ ਯੂਨੀਕਨੈਸ ਜਿਹੜੀ ਸੀਗੀ ਵੀ ਕਿਵੇਂ ਅਸੀਂ ਅਪਰੋਚ ਕਰਨਾ ਸਿਚੁਏਸ਼ਨ ਨੂੰ, ਉਹਦੇ ਬਾਬਤ ਕੁਝ ਆਪਣੇ ਵਿਚਾਰ ਦੱਸੋ। ਹਾਂਜੀ ਸਰ, ਦੇਖੋ ਇਹਦੇ ਚ ਹੁੰਦਾ ਦੋ ਸਕੂਲ ਆਫ ਥਾਟ ਹੈ। ਜਿਹੜਾ ਸੰਸਾਰੀ ਬੰਦਾ ਹੈ ਨਾ, ਮਟੀਰੀਅਲਿਸਟਿਕ ਹੈ, ਉਹ ਕੀ ਕਰਦਾ ਹੈ, ਮੰਨ ਲਓ ਮੈਂ ਕੋਈ ਬਿਜ਼ਨਸ ਕਰ ਰਿਹਾ ਤੇ ਮੈਂ ਆਪਣੇ ਬਿਜ਼ਨਸ ਨੂੰ ਗਰੋ ਕਰਨ ਦੇ ਨਾਲ ਨਾ ਮੈਂ ਕੀ ਸੋਚਦਾ ਕਿ ਮੈਂ ਦੂਜੇ ਦੇ ਬਿਜ਼ਨਸ ਢਾਲ ਨਾਲ ਨਹੀਂ ਉਹਦੇ ਅਗੇਂਸਟ ਨਿੰਦਾ ਚੁਗਲੀ ਦੁਸ਼ਪ੍ਰਚਾਰ ਕਰਾਂ ਉਹਦੇ ਅਗੇਂਸਟ। ਲੇਕਿਨ ਜਿਹੜਾ ਸਪਿਰਿਚੁਅਲਿਜ਼ਮ ਧਰਮ ਹੈ, ਜਿਹੜੀ ਹਾਈ ਕੁਆਲਿਟੀ ਬੰਦੇ ਹੁੰਦੇ ਨੇ ਨਾ, ਉਹ ਇਸ ਤਰ੍ਹਾਂ ਨਹੀਂ ਕਰਦੇ। ਉਹ ਸਿਰਫ ਆਪਣੇ ਆਪ ਤੇ ਫੋਕਸ ਕਰਦੇ ਆ, ਉਹ ਦੂਸਰੇ ਨੂੰ ਨਿਗਲੈਕਟ ਕਰ ਦਿੰਦੇ ਨੇ। ਕਿਉਂ? ਦੂਸਰੇ ਦਾ ਕੰਟਰੋਲ ਸਾਡੇ ਕੋਲ ਨਹੀਂ ਹੈਗਾ, ਜਿਸ ਦਾ ਸਾਡੇ ਕੋਲ ਕੰਟਰੋਲ ਹੀ ਨਹੀਂ ਹੈਗਾ। ਸਾਨੂੰ ਬਜਾਏ ਕਿ ਅਸੀਂ ਉਹਦੇ ਤੇ ਸਟ੍ਰੈਸ ਕਰੀਏ, ਜਿੱਦਾਂ ਇੱਕ ਐਗਜ਼ਾਮਪਲ ਆਉਂਦੀ ਹੈ ਕਿ ਇੱਕ ਲਾਈਨ ਵਗੀ ਹੋਈ ਹੈ, ਅਸੀਂ ਅਗਰ ਉਹ ਲਾਈਨ ਨੂੰ ਛੋਟੀ ਕਰਨਾ ਚਾਹੁੰਦੇ ਹਾਂ, ਜਾਂ ਅਸੀਂ ਮਿਟਾਉਣ ਦੀ ਕੋਸ਼ਿਸ਼ ਕਰ ਦਾਂਗੇ ਤੇ ਜਾਂ ਅਸੀਂ ਆਪਣੀ ਵੱਡੀ ਲਾਈਨ ਵਧਾ ਦਾਂਗੇ। ਸੋ ਗੁਰੂ ਦਾ ਪ੍ਰਿੰਸੀਪਲ ਇੱਕੋ ਹੀ ਹੈ ਕਿ ਗੁਰੂ ਸਾਹਿਬ ਨੇ ਕਿਸੇ ਨੂੰ ਕੰਡੈਮਨੇਸ਼ਨ ਤੇ ਜ਼ਿਆਦਾ ਜ਼ੋਰ ਨਹੀਂ ਦਿੱਤਾ। ਜਿਹੜੀ ਕੰਡੈਮਨੇਸ਼ਨ ਦਿੱਤੀ ਹੈ ਨਾ, ਉਹਦੇ ਬਾਰੇ ਮੈਨੂੰ 2 ਮਿੰਟ ਦਾ ਟਾਈਮ ਦਿੱਤਾ ਜਾਵੇ ਪਲੀਜ਼, ਮੈਂ ਐਕਸਪਲੇਨ ਕਰਨਾ ਕੋਸ਼ਿਸ਼ ਕਰਾਂਗਾ ਕਿ ਆਮ ਤੌਰ ਤੇ ਜਿਹੜੇ ਧਰਮ ਦੇ ਵਿੱਚ ਬਾਕੀ ਧਰਮਾਂ ਬਾਰੇ ਗੱਲ ਆਉਂਦੀ ਹੈ, ਈਵਨ ਅਸੀਂ ਸਿੱਖ ਵੀ ਉਹਨੂੰ ਨੈਗੇਟਿਵ ਲੈਂਦੇ ਨੇ। ਅਸਲ 'ਚ ਉਹ ਕੰਡੈਮਨੇਸ਼ਨ ਪੋਜ਼ਿਟਿਵ ਸੰਦਰਭ 'ਚ ਹੁੰਦੀ ਹੈ, ਨੈਗੇਟਿਵ 'ਚ ਨਹੀਂ ਹੁੰਦੀ। ਜਿਸ ਤਰ੍ਹਾਂ ਇੱਕ ਬੜੀ ਮਸ਼ਹੂਰ ਲਾਈਨ ਹੈਗੀ ਹੈ ਕਿ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆ, ਘੜ ਭਾਂਡੇ ਇੱਟਾਂ ਕੀਆ ਜਲਦੀ ਕਰੇ ਪੁਕਾਰ।
ਹੁਣ ਅਸੀਂ ਪਤਾ ਕੀ ਅਸੀਂ ਸੋਚ ਲੈਂਦੇ ਆ ਕਿ ਗੁਰੂ ਸਾਹਿਬ ਨੇ ਕਹਿਤਾ ਵੀ ਲੈ ਵੀ ਜਿਹੜਾ ਮੁਸਲਮਾਨ ਨੂੰ ਜਦੋਂ ਅਸੀਂ ਦਬਾ ਦਿੰਦੇ ਆ ਤੇ ਉਹਦੀਆਂ ਜਿਹੜੀਆਂ ਹੱਡੀਆਂ ਤੇ ਸਰੀਰ ਦੀ ਜੋ ਮਿੱਟੀ ਬਣ ਜਾਂਦੀ ਉਹਦੀ ਇਹ ਦਸ਼ਾ ਹੁੰਦੀ ਹੈ। ਹਾਂਜੀ ਫਰੋਜ਼ਨ, ਚਲੋ ਕੋਈ ਗੱਲ ਨਹੀਂ। ਗਿਆਨੀ ਸੁੱਚਾ ਸਿੰਘ ਜੀ, ਤੁਹਾਡੇ ਉਹ ਸ਼ਬਦ ਜਿਹੜੀ ਗੱਲ ਕਰ ਰਹੇ ਨੇ ਮਿੱਟੀ ਮੁਸਲਮਾਨ ਕੀ ਪੈੜੇ ਪਈ ਖਮਿਆਰ, ਉਹਦੇ ਤੁਹਾਡੇ ਕੀ ਵਿਚਾਰ ਨੇ? ਆਮ ਜੋ ਧਾਰਨਾ ਸੋਚਦੇ ਆ ਕਿ ਉਹ ਕਹਿੰਦੇ ਨੇ ਵੀ ਜਿਹੜਾ ਅਗਨ ਦੇ ਵਿੱਚ ਆਂਦਾ ਨਾ, ਸੁਲਹੀ ਹੋਏ ਮੂੰਹ ਨਾ ਪਾ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਈ ਨਾ ਪਹੁੰਚੇ, ਸੁਲਹੀ ਹੋਏ ਮੂੰਹ ਨਾ ਪਾ। ਮੁਸਲਮਾਨ ਥੋੜ ਦੇ ਵਿੱਚ ਉਹ ਸੋਚਾਂ ਸਾਡੇ ਵਰਗੇ ਮੁਸਲਮਾਨਾਂ ਨੇ ਬਣਾਈਆਂ ਹੁੰਦੀਆਂ ਛੋਟੀ ਵਿਚਾਰ ਵਾਲਿਆਂ ਨੇ, ਹੁੰਦਾ ਕਿ ਜੇ ਬੰਦਾ ਸੜ ਕੇ ਮਰਦੇ ਤੇ ਉਹਨੂੰ ਨਾਪਾਕ ਮੰਨਿਆ ਜਾਂਦਾ ਹੈ। ਸੋ ਗੁਰੂ ਸਾਹਿਬ ਕਹਿੰਦੇ ਨੇ ਵੀ ਜਿਹੜੀ ਮਿੱਟੀ ਮੁਸਲਮਾਨ ਕੀ ਪੇੜੇ ਪਈ ਕਮਿਆਰ, ਸਿਰਫ ਉਹਨੂੰ ਕੰਡੈਮ ਨਹੀਂ ਕੀਤਾ ਵੀ ਤੁਸੀਂ ਇਹਨੂੰ ਦਬਾਉਂਦੇ ਕਿਉਂ ਜੇ, ਪਰ ਉਹ ਕਹਿੰਦੇ ਜੇ ਤੂੰ ਇਹ ਸੋਚਦਾ ਮੈਂ ਕਿ ਮਿੱਟੀ ਨੂੰ ਜੇ ਡੈਡ ਬੋਡੀ ਨੂੰ ਸਿੱਕਾ ਲੱਗਣ ਨਾਲ ਉਹ ਮਾੜੀ ਹੋ ਜਾਂਦੀ ਹੈ, ਤੇ ਉਹ ਕਹਿੰਦੇ ਫੇਰ ਜੇ ਈਵਨ ਤੇਰਾ ਜਿਹੜਾ ਬੋਡੀ ਹੈ ਜਿਹਨੂੰ ਤੂੰ ਦਬਾ ਦਿੱਤਾ ਹੈ ਨਾ, ਅਲਟੀਮੇਟਲੀ ਇਹਨੂੰ ਵੀ ਸਿੱਕਾ ਲੱਗ ਰਿਹਾ, ਕਿਉਂਕਿ ਜਦੋਂ ਇਹਦੇ ਨਾਲ ਇੱਟਾਂ ਬਣਾਈਆਂ ਜਾਣੀਆਂ ਤੇ ਇਹਨੂੰ ਸਿੱਕਾ ਲਾਣਾ ਪੈਣਾ, ਤੇ ਮਿੱਟੀ ਤੇ ਉਹੀ ਹੈ। ਸੋ ਗੁਰੂ ਸਾਹਿਬ ਨੇ ਅਸਲ 'ਚ ਦੱਸਿਆ ਕਿ ਜਿੰਨੀਆਂ ਬਾਹਰੀ ਕਿਰਿਆਵਾਂ ਨੇ, ਇਹ ਬਾਹਰੀ ਕਿਰਿਆਵਾਂ ਤੇ ਜਦੋਂ ਅਸੀਂ ਲੜਦੇ ਝਗੜਦੇ ਆ ਨਾ, ਤੇ ਸਾਡੀ ਛੋਟੀ ਸੋਚ ਦਾ ਰਿਜ਼ਲਟ ਹੁੰਦਾ ਹੈ। ਅਸਲ ਜਿਹੜਾ ਭਾਵ ਹੁੰਦਾ ਹੈ, ਭਾਵ ਤੇ ਬੋਡੀ ਨੂੰ ਡਿਸਪੋਜ਼ ਆਫ ਕਰਨਾ, ਭਾਵੇਂ ਉਹਨੂੰ ਜਲ ਪ੍ਰਵਾਹ ਕਰ ਦਿਓ, ਭਾਵੇਂ ਉਹਨੂੰ ਬੰਦ ਕਰ ਦਿਓ, ਤੇ ਭਾਵੇਂ ਉਹਨੂੰ ਦਬਾ ਦਿਓ, ਇਟ ਇਜ਼ ਵਨ ਐਂਡ ਦ ਸੇਮ ਥਿੰਗ। ਥੈਂਕ ਯੂ। ਹਾਂਜੀ ਗਿਆਨੀ ਸੁੱਚਾ ਸਿੰਘ ਜੀ, ਤੁਹਾਡੇ ਕੀ ਵਿਚਾਰ ਨੇ ਇਸ ਬਾਬਤ, ਇਸ ਸ਼ਬਦ ਦੀ ਵਿਆਖਿਆ ਤੇ ਇਸ ਪੁਆਇੰਟ ਆਫ ਵਿਊ ਤੋਂ? ਦੇਖੋ ਇਹ ਗੱਲ ਹੈ ਨਾ ਜੀ, ਸਿਰਫ ਇੱਕ ਇਸ ਸ਼ਬਦ ਤੋਂ ਨਹੀਂ ਗੱਲ ਬਣਨੀ। ਗੱਲ ਇਹ ਆ ਕਿ ਸਿਸਟਮ ਜਿਹੜਾ ਹੁੰਦਾ ਨਾ ਜੀ, ਹਰ ਇੱਕ ਬੰਦੇ ਦਾ, ਹਰ ਇੱਕ ਮਹਾਂਪੁਰਖ ਦਾ ਗੱਲ ਸਮਝਾਉਣ ਦਾ ਇੱਕ ਤਰੀਕਾ ਹੁੰਦਾ ਹੈ। ਹੁਣ ਇੱਕ ਸ਼ਬਦ ਜਿਹੜਾ ਅੱਗੇ ਵੀ ਅਸੀਂ ਇੱਕ ਵਾਰੀ ਕੋਟ ਕੀਤਾ ਸੀ, ਉਹਦੇ ਵਿੱਚ ਜਿਸ ਤਰ੍ਹਾਂ ਇਨਸਾਨ ਦੇ ਅੰਦਰ ਜਿਹੜਾ ਪ੍ਰਮਾਤਮਾ ਦੀ ਯਾਦ ਵਸਣੀ ਹੈ, ਜਾਂ ਪ੍ਰਮਾਤਮਾ ਦਾ ਨਾਮ ਵਸਣਾ, ਜਾਂ ਕਿਸੇ ਦਾ ਬੰਦਗੀ ਕਰਨੇ ਵਾਲਾ ਹੋਣਾ, ਉਹਨੂੰ ਗੁਰੂ ਮਹਾਰਾਜ ਜੀ ਨੇ ਇੱਕ ਇਸ ਤਰੀਕੇ ਦੇ ਨਾਲ ਐਕਸਪਲੇਨ ਕੀਤਾ ਕਿ ਇਹ ਜਿਹੜੀ ਨਾਮ ਦੀ ਖੇਤੀ ਹੈ, ਠੀਕ ਹੈ ਜੀ, ਉਸ ਨਾਮ ਦੀ ਖੇਤੀ ਨੂੰ ਜਿਸ ਲਈ ਗੁਰੂ ਮਹਾਰਾਜ ਜੀ ਐਕਸਪਲੇਨ ਕਰਦੇ ਆ ਕਿ ਰੱਖ ਗਰੀਬੀ ਵੇਸ ਹੈ ਜੀ, ਸੰਤੋਖ ਚਾਹੀਦਾ, ਉਹ ਜਿਹੜੀ ਉਹਦੇ ਨਾਲ ਕੀ ਹੁੰਦਾ ਕਿ ਜਿਸ ਲਈ ਖੇਤੀ ਦੀ ਗੱਲ ਆਉਂਦੀ ਤੇ ਉਹਦੇ ਨਾਲ ਇੱਕ ਰਿਲੇਟਡ ਸ਼ਬਦ ਹੋਰ ਆਉਂਦਾ ਹੈ, ਉਹ ਹੈਗਾ ਕਿ ਧਰਤੀ ਦੇ ਵਿੱਚੋਂ, ਇਸ ਨਾਮ ਦੀ ਖੇਤੀ ਦੇ ਵਿੱਚੋਂ ਜਿਹੜੇ ਵੀਡਸ ਆ, ਜਿਹੜੇ ਨਦੀਨ ਆ, ਉਹਨਾਂ ਨੂੰ ਪੁੱਟ ਕੇ ਕੱਢਣਾ ਪੈਣਾ ਤਾਂ ਕਿ ਮੁੜ ਕੇ ਨਾ ਆਉਣ। ਹੁਣ ਉਹ ਜਿਹੜੀ ਜਿਸ ਲਈ ਨਦੀਨ ਨੂੰ ਪੁੱਟਣ ਦੀ ਗੱਲ ਆਉਂਦੀ ਹੈ, ਉਹਦਾ ਮਤਲਬ ਉਹ ਜਾਂਦਾ ਕਿ ਨੈਗੇਸ਼ਨ ਹੈਗੀ ਹੈ, ਕਿ ਜਿਹੜੀ ਨੈਗੇਟਿਵ ਚੀਜ਼ ਹੈ ਆਪਣੇ ਜੀਵਨ ਦੇ ਵਿੱਚੋਂ ਤੁਸੀਂ ਨੈਗੇਟਿਵਿਟੀ ਨੂੰ ਕੱਢੀ ਜਾਓ ਤੇ ਐਂਡ ਤੇ ਕੀ ਬਚੇਗਾ? ਤੁਹਾਡੇ ਕੋਲ ਪੋਜ਼ਿਟਿਵਿਟੀ ਸਾਰੀ ਬਚ ਜਾਏਗੀ, ਤੁਹਾਡੇ ਕੋਲ ਜਿਹੜਾ ਅਸਲੀਅਤ ਬਚ ਜਾਏਗੀ। ਤੋ ਇਸ ਵਾਸਤੇ ਇੱਥੋਂ ਹੀ ਜਿਹੜੀ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਦੀ ਗੱਲ ਇੱਥੋਂ ਹੀ ਸ਼ੁਰੂ ਹੁੰਦੀ ਹੈ, ਸੋਚੈ ਸੋਚ ਨਾ ਹੋਈ, ਨਹੀਂ ਹੋਣੇ, ਠੀਕ ਹੈ ਜੀ, ਸੋਚਮ ਕਰਨ ਦੇ ਨਾਲ ਸੋਚਮ ਨਹੀਂ ਹੋਣੀ, ਭੁੱਖਿਆਂ ਭੁੱਖ ਉਤਰੀ, ਠੀਕ ਹੈ ਜੀ, ਉਹ ਭੁੱਖ ਜੇ ਅੰਦਰ ਭੁੱਖ ਰੱਖ ਕੇ ਭਗਤੀ ਕਰਨ ਲੱਗ ਪਏ, ਕਰੀ ਜਾਓ ਸਾਰੀ ਜ਼ਿੰਦਗੀ ਕਰੀ ਜਾਓ, ਭੁੱਖ ਨਹੀਂ ਕਦੇ ਵੀ ਮਿਟਣ ਲੱਗੀ, ਠੀਕ ਹੈ ਜੀ। ਫਿਰ ਚੁੱਪ ਨਾ ਹੋਵਈ, ਚੁੱਪ ਹੋਣ ਦੇ ਨਾਲ ਤੁਸੀਂ ਚੁੱਪ ਨਹੀਂ ਹੋ ਜਾਣਾ, ਠੀਕ ਹੈ ਜੀ। ਹੁਣ ਇਹ ਚਾਰੇ ਗੱਲਾਂ ਦੇ ਵਿੱਚ ਗੁਰੂ ਮਹਾਰਾਜ ਜੀ ਨੇ ਕੋਈ ਸੋਲੂਸ਼ਨ ਨਹੀਂ ਦਿੱਤਾ, ਇਹਨਾਂ ਦਾ ਕੋਈ ਸੋਲੂਸ਼ਨ ਨਹੀਂ ਦਿੱਤਾ। ਓਕੇ ਜੀ, ਨਹੀਂ ਹੋਣਾ ਤਾਂ ਨਹੀਂ ਹੋਣਾ, ਇਹ ਵੀ ਨਹੀਂ ਹੋਣਾ। ਔਰ ਜਿਸ ਵੇਲੇ ਜਿਹੜਾ ਮੈਂ ਕਰਮ ਕਰ ਰਿਹਾ ਸਾਰੀ ਜ਼ਿੰਦਗੀ ਦਾ, ਤੁਸੀਂ ਆ ਕੇ ਮੈਨੂੰ ਕੰਡੈਮ ਕਰੋਗੇ ਤਾਂ ਮੇਰੇ ਕੰਨ ਖੜੇ ਹੋ ਜਾਣੇ ਆ, ਔਰ ਮੇਰਾ ਤੁਹਾਡੇ ਪ੍ਰਤੀ ਮੇਰੇ ਅੰਦਰ ਗੁੱਸਾ ਜ਼ਾਹਰ ਹੋ ਜਾਣਾ, ਤੇ ਮੇਰੇ ਅੰਦਰ 3600 ਸਵਾਲ ਖੜੇ ਹੋ ਜਾਣੇ ਆ, ਵਿਚ ਇਜ਼ ਕਾਲਡ ਬ੍ਰੇਨ ਸਟੋਰਮਿੰਗ, ਠੀਕ ਹੈ ਜੀ। ਉਹ ਜਿਹੜੀ ਬ੍ਰੇਨ ਸਟੋਰਮਿੰਗ ਖੜੀ ਕਰਨ ਦੇ ਵਾਸਤੇ ਗੁਰੂ ਮਹਾਰਾਜ ਜੀ ਪਹਿਲਾਂ ਨੇਗੇਟ ਕਰ ਦਿੰਦੇ ਆ, ਨੇਗੇਟ, ਉਸ ਤੋਂ ਬਾਅਦ ਫਿਰ ਸੋਲੂਸ਼ਨ ਦੱਸਦੇ ਆ, ਠੀਕ ਹੈ ਜੀ। ਤੇ ਉਹ ਜਿਹੜੀ ਚੀਜ਼ਾਂ ਜਿਹੜੀਆਂ ਇਹ ਭਰਮ ਹੈ, ਜਿਹੜੇ ਭੁਲੇਖੇ ਆ, ਇਹ ਤੇ ਭੁਲੇਖਿਆਂ ਦੀ ਕੰਧ ਪਾਲ ਲਈ ਤੁਸੀਂ, ਔਰ ਇਸ ਨੂੰ ਕੰਧ ਨੂੰ ਤੋੜਨ ਦੇ ਵਾਸਤੇ ਤੁਹਾਨੂੰ ਸੁਣਨਾ ਚਾਹੀਦਾ, ਸਿੱਖਣਾ ਚਾਹੀਦਾ ਸੀ ਕਿ ਪ੍ਰਮਾਤਮਾ ਦੇ ਭਾਣੇ ਦੇ ਵਿੱਚ ਖੁਸ਼ ਕਿਸ ਤਰ੍ਹਾਂ ਰਹਿਣਾ, ਹੁਕਮ ਦੇ ਵਿੱਚ ਕਿਸ ਤਰ੍ਹਾਂ ਰਹਿਣਾ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਤਾਂ ਉਹ ਜਿਹੜਾ ਲਿਖਿਆ ਹੋਇਆ ਹੁਕਮ ਹੈ। ਤਾਂ ਹੁਣ ਜਿਹੜੀ ਗੱਲ ਮੈਂ ਕਰਨੀ ਚਾਹ ਰਿਹਾ ਉਹ ਇਹੋ ਹੀ ਹੈ ਜੀ ਕਿ ਗੁਰੂ ਦੀ ਜਿਹੜੀ ਤਰੀਕਾ ਹੈਗਾ ਨਾ ਸਾਨੂੰ ਜਾਂ ਲੁਕਾਈ ਨੂੰ ਸਮਝਾਉਣ ਦਾ, ਉਹ ਇਹ ਹੈ ਕਿ ਆਪਣੇ ਅੰਦਰੋਂ ਜੀਵਨ ਦੇ ਵਿੱਚੋਂ ਨੈਗੇਟਿਵਿਟੀਜ਼ ਨੂੰ ਪੁੱਟ ਕੇ ਕੱਢੀ ਜਾਓ। ਦੁਸ਼ਟ ਬੇਕਾਰ ਕਿਰਖਾ ਕਰੇ, ਇਨ ਤਾਜ ਆਤਮੈ ਹੋਏ ਧਿਆਈ। ਆਪਣੇ ਅੰਦਰੋਂ ਦੁਸ਼ਟ ਰੂਪੀ ਵਿਕਾਰ ਹੈ ਨਾ ਜਿਹੜੇ, ਇਹਨਾਂ ਨੂੰ ਕਹਿੰਦੇ ਪੁੱਟ ਕੇ ਜੜੋਂ ਪੁੱਟ ਕੇ ਕੱਢ ਦੇ,
ਇਹ ਇੱਕ ਤਰੀਕਾ ਹੈ ਕਿ ਤੂੰ ਆਤਮਾ ਦੇ ਤਲ ਤੇ ਜਾ ਕੇ ਪ੍ਰਮਾਤਮਾ ਦੇ ਨਾਲ ਮਿਲ ਸਕਦਾ ਹੈ। ਇਹ ਨੈਗੇਟਿਵਿਟੀਜ਼ ਨੂੰ ਕੱਢਣਾ ਹੁੰਦਾ। ਇਸੇ ਤਰ੍ਹਾਂ ਹੀ ਜਿਹੜੀ ਮੁਸਲਮਾਨ ਦੇ ਜੀਵਨ ਦੇ ਵਿੱਚ ਜਿਹੜੀ ਨੈਗੇਟਿਵਿਟੀ ਹੈ, ਜਿਹੜੀ ਗਲਤ ਧਾਰਨਾ ਬਣਦੀ ਹੈ, ਯੋਗੀ ਦੇ ਮਤ ਦੇ ਵਿੱਚ ਜਿਹੜੀ ਧਾਰਨਾ ਬਣ ਜਾਂਦੀ ਹੈ, ਪੰਡਤ ਦੇ ਮਤ ਦੇ ਵਿੱਚ ਜਿਹੜੀ ਧਾਰਨਾ ਬਣਦੀ ਹੈ, ਚੋਰਾਂ ਯਾਰਾਂ ਦੇ ਦਿਲ ਦੇ ਵਿੱਚ ਜਿਹੜੀ ਧਾਰਨਾ ਬਣਦੀ ਹੈ, ਉਸ ਸਾਰੇ ਦੀ ਸਾਰੀ ਧਾਰਨਾ ਨੂੰ ਗੁਰੂ ਨਾਨਕ ਦੇਵ ਜੀ ਆਸਾ ਦੀਵਾਰ ਵਿੱਚ ਕੱਢਦੇ ਆ। ਮੁਸਲਮਾਨਾਂ ਸਿਫਤ ਸ਼ਰੀਅਤ ਪੜ੍ਹ ਪੜ੍ਹ ਕਰੇ ਵਿਚਾਰ, ਹਿੰਦੂ ਸਲਾਹੀ ਸਲਾਹਨ, ਜੋਗੀ ਸੁਨ ਧਿਆਵਨ ਜਿੱਤੇ, ਚੋਰਾਂ ਯਾਰਾਂ ਤੈ ਕੂੜਿਆਰਾਂ। ਤੋਂ ਇਹ ਸਾਰੀਆਂ ਗੱਲਾਂ ਕਰਕੇ ਗੁਰੂ ਮਹਾਰਾਜ ਦਾ ਫਿਲਾਸਫੀ ਜਿਹੜੀ ਉਹ ਐਂਡ ਤੇ ਆਉਂਦੀ ਹੈ। ਠੀਕ ਹੈ ਜੀ। ਨਾਨਕ ਭਗਤਾਂ ਭੁੱਖ ਸਲਾਹਣ, ਭਗਤ ਦੇ ਅੰਦਰ ਭੁੱਖ ਦੀ ਸ਼ਕਤੀ ਜਿਹੜੀ ਹੁੰਦੀ, ਭੁੱਖ ਹੁੰਦੀ ਤੇ ਉਹ ਪ੍ਰਮਾਤਮਾ ਦੇ ਪਿਆਰ ਦੀ ਹੁੰਦੀ, ਬੰਦਗੀ ਦੀ ਹੁੰਦੀ ਹੈ। ਬਾਕੀ ਸਾਰੀਆਂ ਨੈਗੇਟਿਵ ਛੱਡ ਕੇ ਉਸ ਪਾਸੇ ਚੱਲ ਪੈਂਦਾ ਹੈ। ਇਸੇ ਖਿਆਲ ਦੇ ਵਿੱਚੋਂ ਇਸ ਕੰਟੈਕਸਟ ਦੇ ਵਿੱਚੋਂ ਲਓ ਤੇ ਮੇਰਾ ਮਤਲਬ ਪਰਸਨਲ ਖਿਆਲ ਹੈ, ਅਗੇਨ ਮੈਂ ਮਤਲਬ ਇੱਥੇ ਅਗੇਂਸਟ ਕਿਸੇ ਦੇ ਜਾ ਰਿਹਾ ਨਾ ਜੀ, ਤੇ ਜਿਹੜਾ ਮਿੱਟੀ ਮੁਸਲਮਾਨ ਕੀ ਪੇੜਾ ਪਈ ਘੁਮਿਆਰ ਘਰ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਸੋ ਉਹ ਵੀ ਜੇਕਰ ਤੁਸੀਂ ਸਾਰੇ ਸ਼ਬਦ ਨੂੰ ਪੜ੍ਹ ਕੇ ਦੇਖੋ ਤੇ ਉੱਥੇ ਵੀ ਗੁਰੂ ਮਹਾਰਾਜ ਜੀ ਨੇ ਮੁਸਲਮਾਨ ਦੀ ਜਿਹੜੀ ਨੈਗੇਟਿਵਿਟੀ ਨੂੰ ਹੀ ਦੱਸਿਆ ਸੀਗਾ ਕਿ ਨੈਗੇਟਿਵਿਟੀ ਹੈਗੀ ਹੈ, ਇਸ ਖਿਆਲ ਨੂੰ ਛੱਡ ਦੇ। ਰੀਜ਼ਨ ਇਹ ਹੈ ਜੀ, ਦੇਖੋ ਕਿ ਜਿਹੜਾ ਮੁਸਲਮਾਨ ਦਾ ਖਿਆਲ ਕੀ ਕਹਿ ਰਿਹਾ, ਦੱਬਣ ਦੇ ਪਿੱਛੇ ਖਿਆਲ ਵੀ ਤਾਂ ਹੈਗਾ ਨਾ, ਉਹ ਵੀ ਤਾਂ ਦੇਖਣੇ ਵਾਲਾ ਨਾ ਜੀ, ਪੁਰਾਤਨ ਖਿਆਲ। ਉਹ ਇਹ ਕਹਿ ਰਿਹਾ ਕਿ ਕਿਆਮਤ ਵਾਲੇ ਦਿਨ ਇਹਨਾਂ ਸਾਰੇ ਮੁਰਦਿਆਂ ਨੇ ਕਬਰਾਂ ਦੇ ਵਿੱਚੋਂ ਉੱਠ ਖੜਨਾ। ਜਿਹੜੇ ਕਾਫਰ ਹੈ ਉਹਨਾਂ ਨੇ ਸਾਰਿਆਂ ਨੇ ਮਰ ਜਾਣਾ, ਉਹਨਾਂ ਨੇ ਕਿਸੇ ਨੇ ਨਹੀਂ ਉੱਠਣਾ, ਮਤਲਬ ਤੇ ਮਰ ਗਏ ਤੇ ਮਰ ਗਏ, ਖਤਮ ਹੋ ਗਏ। ਲੇਕਿਨ ਜਿਹੜਾ ਮੋਮੀਨ ਹੈ ਉਹਨੇ ਕਬਰਾਂ ਦੇ ਵਿੱਚੋਂ ਉੱਠ ਖੜਨਾ, ਇਹ ਉਹਦਾ ਖਿਆਲ ਹੈ। ਇਸ ਖਿਆਲ ਤੋਂ ਉਹ ਪੰਡਤ ਨੂੰ ਤੇ ਹਿੰਦੂ ਨੂੰ ਇਹ ਕਹਿ ਰਿਹਾ ਸੀ ਕਿ ਤੁਸੀਂ ਤੇ ਸੜ ਗਏ, ਤੁਸੀਂ ਖਤਮ ਹੋ ਗਏ। ਮੈਂ ਨਹੀਂ ਖਤਮ ਹੋਇਆ, ਮੇਰੀ ਮਿੱਟੀ ਪਈ ਹੈ, ਮੇਰੀ ਕਿਸੇ ਦਿਨ ਮਿੱਟੀ ਫਿਰ ਨਿਕਲ ਆਉਣੀ, ਮਤਲਬ ਮੈਂ ਫਿਰ ਸਰਜੀਵ ਹੋ ਜਾਣਾ। ਉਸ ਖਿਆਲ ਤੋਂ ਗੁਰੂ ਮਹਾਰਾਜ ਜੀ ਨੇ ਸਮਝਾ ਦਿੱਤਾ ਸੀ ਕਿ ਨਹੀਂ ਭਾਈ, ਸੜਨਾ ਦੇ ਦੋਵੇਂ, ਅੱਜ ਨਹੀਂ ਕੱਲ ਦੇਖਣੀ, ਜਿਸ ਦਿਨ ਇੱਟਾਂ ਬਣਨੀਆਂ ਉਸ ਦਿਨ ਤੂੰ ਸੜ ਜਾਣਾ। ਜਾਣੀ ਕਿ ਹੈ ਸਾਰਾ ਕੁਝ ਸੜ ਕੇ ਹੀ ਜਾਣਾ। ਇੱਕ ਗੁਰੂ ਨਾਨਕ ਦੇਵ ਜੀ ਦਾ ਬਚਨ ਹੈ ਨਾ, ਇੱਕ ਨਾ ਦੱਬੀਆਂ, ਇੱਕ ਦੱਜਾ ਇੱਕ ਦੱਬੀਆਂ, ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਟੁੱਟੀਆਂ, ਇੱਕ ਪੀ ਫਿਰ ਹੱਸਣ ਪਾਹੇ, ਨਾਨਕ ਏਬ ਭੇ ਆਖ ਨਾ ਜਾਪਈ, ਕਿੱਥੇ ਜਾਏ ਸਮਾਏ। ਕਹਿੰਦੇ ਇਉਂ ਸਾਰਾ ਕੁਝ ਕਰੀ ਜਾਓ ਤਾਂ ਵੀ ਬੰਦੇ ਨੂੰ ਸਮਝ ਨਹੀਂ ਲੱਗਦੀ, ਨਾ ਲੱਗ ਸਕਦੀ ਹੈ ਕਿ ਆਤਮਾ ਕਿੱਥੇ ਜਾ ਕੇ ਸਮਾਉਂਦੀ ਹੈ, ਉਹ ਨਹੀਂ ਸਮਝ ਲੱਗਦੀ। ਸਾਡੀਆਂ ਤਾਂ ਉਹਦੇ ਵਾਸਤੇ ਵੀ ਬਈ ਕਿਆਸ ਆਈਆਂ ਹੈਗੀਆਂ ਜੀ, ਬਹੁਤ ਸਾਰੀਆਂ, ਜਿਹਦਾ ਪਤਾ ਹੀ ਨਹੀਂ ਲੱਗਣਾ। ਗੁਰੂ ਨਾਨਕ ਦੇਵ ਜੀ ਕਹਿ ਰਹੇ ਆ ਹਾਂਜੀ। ਇਸ ਕਰਕੇ ਮੇਰਾ ਆਪਣਾ ਜਿਹੜੀ ਪਰਸਨਲ ਵਿਚਾਰ ਇਹ ਹੈ ਕਿ ਉੱਥੇ ਜਿਹੜੀ ਆ ਇੱਕ ਸਿਸਟਮ ਦੀ ਕੰਡੈਮਨੇਸ਼ਨ ਕਹਿ ਸਕਦੇ ਆ ਕਿ ਜਿਹੜੀ ਧਾਰਨਾ ਜਿਹੜੀ ਹੈ ਉਹ ਗਲਤ ਹੈਗੀ ਹੈ। ਸੋ ਧਾਰਨਾ ਦੀ ਗਲਤ ਹੈਗੀ ਸੀ। ਥੈਂਕ ਯੂ ਜੀ, ਦੈਟਸ ਬਿਊਟੀਫੁਲ। ਕਬੀਰ ਸਾਹਿਬ ਵੀ ਤਾਂ ਕਹਿੰਦੇ ਆ ਨਾ, ਕਬੀਰ ਸਾਹਿਬ ਵੀ ਕਹਿੰਦੇ ਇੱਕ ਜਾਰੇ ਇੱਕ ਦਾਬੀ ਵਾਲੇ, ਸਮਥਿੰਗ ਲਾਈਕ ਦੈਟ। ਭਾਈ ਸਾਹਿਬ ਜਾਣਦੇ ਹੋਣਗੇ, ਸਭ ਦਾ ਇੱਕੋ ਹੀ ਹੈ ਜੀ। ਮੇਰੇ ਤੇ ਕੋ ਹੈ ਨਾ ਵਿਸਟਮ ਮੈਂ ਰਿਲਾਈ ਤਾਂ ਮੇਰੇ ਤੱਕ ਹਾਂ ਜੀ। ਦੇਖੋ ਇਹ ਜਿਹੜੀਆਂ ਚੀਜ਼ਾਂ ਨਾ ਸਾਡੀਆਂ, ਜਿਹੜੇ ਸਾਨੂੰ ਸਾਰੀਆਂ ਜਿਹੜੇ ਸਮੁੱਚੀਆਂ ਗੱਲਾਂ ਨੇ, ਇਹ ਦੱਸ ਰਹੀਆਂ ਨੇ ਕਿ ਵੀ ਸਾਨੂੰ ਕਿਸੇ, ਚਾਹੇ ਕੋਈ ਕ੍ਰਿਸਚੀਅਨ ਹੈ ਜਾਂ ਕੋਈ ਹੋਰ ਆ, ਕਿਵੇਂ ਉਹਨਾਂ ਦੀ ਟੈਕਨੀਕ ਹੈ, ਕਿਵੇਂ ਮਨਾਉਂਦੇ ਆ ਉਹਨਾਂ ਨੂੰ, ਉਹਦੇ ਵੱਲ ਜ਼ਿਆਦਾ ਰੋਲ ਨਹੀਂ ਹੈ। ਸਾਨੂੰ ਇਹ ਆ ਕਿ ਅਸੀਂ ਸਾਡੇ ਜਿਹੜੇ ਆਪਦੇ ਆਲੇ ਦੁਆਲੇ ਦੇ ਲੋਕ, ਉਹਨਾਂ ਦਾ ਮਿਆਰ ਕਿਵੇਂ ਉੱਚਾ ਕਰਨਾ। ਦੇਖੋ ਨਾ, ਹੁਣ ਮਿਆਰ ਉੱਚਾ ਕਰਨ ਲਈ ਤੁਹਾਡੇ ਕੋਲੇ ਕਣਕ ਬੀਜੀ ਹੋਈ ਹੈ, ਉਹਦੇ ਵਿੱਚ ਕਾਂਗਿਆਰੀ ਪਈ ਜਾਂਦੇ, ਉਹ ਧਿਆਨ ਦੇ ਨਹੀਂ ਰਹੇ ਉਹਦੇ। ਤੁਸੀਂ ਲੋਕਾਂ ਨੂੰ ਕਹੀ ਜਾਂਦੇ ਆ ਉਹ ਸਾਡੇ ਕਾਂਗਿਆਰੀ ਆਈ, ਉਹ ਸਾਡੇ ਆ ਹੋ ਗਿਆ, ਸਾਡੀ ਫਸਲ ਨਹੀਂ ਹੋਈ, ਉਹਦੇ ਜ਼ਿਆਦਾ ਹੋ ਗਿਆ। ਤੁਸੀਂ ਆਪਣਾ ਆਪ ਜਿਹੜਾ ਜ਼ਿੰਮੇਵਾਰੀ ਹੈ ਜਿਹੜੀ ਸਾਡੀ, ਜਦੋਂ ਅਸੀਂ ਉਹਨੂੰ ਨਹੀਂ ਨਿਭਾਉਂਦੇ, ਕਿਉਂ ਗਿਆਨ ਜਿਹੜੀ ਭੁੱਖ ਜਿਹੜੀ ਹੈ ਉਹ ਗਿਆਨ ਨਾਲ ਨਿਭਣੀ ਹੈ ਨਾ। ਜੀ ਹਾਂਜੀ ਜੀ, ਮੈਂ ਜੀ ਤੁਹਾਡਾ 1 ਮਿੰਟ ਹੋਰ ਲੈ ਲਾਂ ਜੀ ਪਲੀਜ਼। ਮੈਂ ਸਿਰਫ ਇਹ ਦੱਸਣਾ ਚਾਹੁੰਦਾ ਕਿ ਮੇਰੀ ਜਿਹੜੀ ਜੀਵਨ ਦੀ ਜਿਹੜੀ ਕੁਛ ਚੇਂਜ ਆਈ ਹੈ ਨਾ, ਜਿਹੜੀ ਮੇਰੀ ਬਿਗਨਿੰਗ ਤੋਂ ਜਿਹੜੀ ਨਾ ਜੀ ਟਰਨਿੰਗ ਪੁਆਇੰਟ ਸੀ ਮੇਰੀ ਲਾਈਫ ਦਾ, ਬਚਪਨ ਦੇ ਵਿੱਚ ਹੀ ਸੀਗਾ ਇੱਕ। ਉਹ ਗੁਰਬਾਣੀ ਦੀ ਵਿਚਾਰ ਸੀ। ਓਕੇ ਜੀ, ਗੁਰਬਾਣੀ ਦੀ ਵਿਚਾਰ ਕਿੱਥੋਂ ਆਈ ਸੀ, ਕਿੱਥੋਂ ਮੈਨੂੰ ਇਹ ਸੋਚਣ ਦਾ ਮੌਕਾ ਮਿਲ ਗਿਆ, ਜਦੋਂ ਕਿ ਮੈਂ, ਹਾਲਾਂਕਿ ਮੇਰਾ ਖਿਆਲ ਦੂਜੀ ਜਾਂ ਤੀਜੀ ਜਮਾਤ ਚ ਪੜ੍ਹਦਾ ਸੀ, ਪੰਜਾਬੀ ਪੜ੍ਹਦਾ ਸੀ ਮਾੜੀ ਮੋਟੀ ਉਸ ਵੇਲੇ। ਠੀਕ ਹੈ ਜੀ। ਉਸ ਟਾਈਮ ਉੱਪਰ ਮੇਰੇ ਫਾਦਰ ਸਾਹਿਬ ਕਿਧਰੇ ਅੰਮ੍ਰਿਤਸਰ ਉਹਨਾਂ ਦੀ ਡਿਊਟੀ ਲੱਗੀ ਸੀ, ਤੇ ਉੱਥੋਂ ਉਦੋਂ ਕਿਤਾਬਾਂ ਲੈ ਕੇ ਆਏ ਸੀ। ਗੁਰੂ ਰਾਮਦਾਸ ਜੀ ਦਾ ਕੋਈ ਉਦੋਂ ਪੁਰਬ ਮਨਾਇਆ ਗਿਆ ਸੀ ਵੱਡੇ ਲੈਵਲ ਤੇ। ਹਾਂਜੀ, ਅੱਛਾ, ਉਹਦੇ ਵਿੱਚ ਇੱਕ ਕਿਤਾਬ ਜਿਹੜੀ ਮੈਂ ਬਚਪਨ ਦੇ ਵਿੱਚ ਪੜ੍ਹ ਰਿਹਾ ਸੀ, ਉਹਦੀ ਮੈਨੂੰ ਅੱਖਾਂ ਦੇ ਸਾਹਮਣੇ ਅੱਜ ਵੀ ਉਸ ਕਿਤਾਬ ਦੀ ਬਾਹਰੋਂ ਪੇਪਰ ਜਿਹੜੀ ਸ਼ਕਲ ਹੈਗੀ ਹੈ। ਉਹਦੇ ਵਿੱਚ ਜਿਹੜਾ ਨਾ ਜੀ ਇੱਕ ਸ਼ਬਦ ਇਹ ਸੀਗਾ, ਸ਼ਲੋਕ ਮਹਿਲਾ ਚੌਥਾ, ਇਹ ਵੀ ਗੌੜੀ ਰਾਗ ਦੇ ਵਿੱਚ ਹੈਗਾ, ਮਲ ਭਰਿਆ ਨੀਲਾ ਕਾਲਾ ਖਿੰਦੋਲੜਾ, ਤਿੰਨ ਬੇਮੁਖ ਬੇਮੁਖਿਆ ਨੂੰ ਪਾਇਆ। ਇਹ ਸਾਰਾ ਸ਼ਬਦ ਜਿਹੜਾ ਹੈ ਨਾ, ਸ਼ਲੋਕ ਲੰਬਾ ਪੜ੍ਹਨਾ ਨਹੀਂ ਪੂਰਾ, ਸਿਰਫ ਮੈਂ ਇਹ ਦੱਸਣਾ ਕਿ ਮੈਂ ਇਹ ਪੜ੍ਹਦਾ ਨਾ ਜੀ, ਮੈਂ ਇਹਦੇ ਜਦੋਂ ਨਾਲ ਹੀ ਉਹਦੇ ਅਰਥ ਲਿਖੇ ਹੋਏ ਸੀਗੇ, ਤੇ ਅਰਥ ਲਿਖੇ ਹੋਏ ਤੇ ਮੈਂ ਕਿਹਾ ਜੂਈ ਕੀ ਹੁੰਦਾ ਹੈ, ਤੇ ਮੈਂ ਜਿਸ ਵੇਲੇ ਮਲ ਜੂਈ ਭਰਿਆ ਜਿਲੇ ਪੜ੍ਹਿਆ ਕਿ ਤੇ ਜੂੰ ਨੂੰ ਲਿਖਿਆ ਹੋਇਆ।
ਠੀਕ ਹੈ ਜੀ। ਹੁਣ ਉਹ ਬਚਪਨ ਦੇ ਵਿੱਚ ਜੂਆਂ ਜਾਵਾਂ ਦੇ ਨਾਲ ਇੰਡੀਆ ਪਿੰਡਾਂ ਦੇ ਵਿੱਚ ਆਮ ਤੌਰ ਤੇ ਵਾਸਤਾ ਪੈਂਦਾ ਰਹਿੰਦਾ ਟਾਈਮ ਟੂ ਟਾਈਮ ਬੱਚਿਆਂ ਦਾ, ਤੇ ਮੇਰੇ ਖਿਆਲ 'ਚ ਸਿਰਫ ਇੱਕੋ ਗੱਲ ਆਈ, ਮੈਂ ਕਿਹਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੂਆਂ ਦੀ ਵੀ ਗੱਲ ਲਿਖੀ ਹੋਈ ਹੈ। That was the one point in my life at that age ਕਿ ਉਸ ਤੋਂ ਬਾਅਦ ਮੈਂ ਜਦੋਂ ਵੀ ਗੁਰਬਾਣੀ ਪੜ੍ਹਨੀ ਸ਼ੁਰੂ ਕੀਤੀ, ਉਦੋਂ ਹੀ ਉਹਨੂੰ ਨਾਲ ਹੀ ਨਾਲ ਦੇਖਣਾ ਕਿ ਇਹਦੇ ਵਿੱਚ ਕਹਿਣ ਕੀ ਡੇ ਗੁਰੂ ਮਹਾਰਾਜ ਜੀ, ਇਹਦੇ 'ਚ ਕਮਾਲ ਦੀਆਂ ਗੱਲਾਂ, ਇੰਨਾ ਕੁਛ ਲਿਖਿਆ ਹੋਇਆ ਵੀ ਜੇ ਜੂੰ ਦੀ ਗੱਲ ਲਿਖੀ ਹੋਈ ਹੈ ਇਹਦੇ ਵਿੱਚ। ਸੋ ਯੂ ਨੋ ਇੱਥੋਂ ਪੁਆਇੰਟ ਸਿਰਫ ਜੀ ਮੇਰਾ ਇਹ ਆ ਕਿ ਓਵਰਆਲ ਸਾਡਾ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਵੱਲ ਧਿਆਨ ਹਟ ਚੁੱਕਾ ਆ, ਜਿਸ ਕਰਕੇ ਸਾਰੀਆਂ ਸਮੱਸਿਆਵਾਂ ਸ਼ੁਰੂ ਹੁੰਦੀਆਂ। ਕ੍ਰਿਸਚੀਅਨਿਟੀ ਜਿਹੜੀ ਸਾਡੇ ਸਿੱਖਾਂ ਵੱਲੋਂ ਕ੍ਰਿਸਚਨ ਬਣ ਰਹੇ ਆ, ਉਹਦਾ ਵੀ ਰੀਜ਼ਨ ਇਹੋ ਹੀ ਹੈ ਕਿ ਅਸੀਂ ਜਿਹੜਾ ਵਿਆਖਿਆ ਵਿਚਾਰ ਜਿਹੜੀ ਗੁਰਬਾਣੀ ਦੀ ਛੱਡੀ ਹੋਈ ਹੈ, ਤੇ ਅਸੀਂ ਕਿਸੇ ਵੀ ਤਰ੍ਹਾਂ ਨਾ ਅਸੀਂ ਸਿੱਖ ਰਹੇ ਹਾਂ, ਜਾਤ ਪਾਤ ਨੂੰ ਅਸੀਂ ਮੰਨਦੇ ਹਾਂ, ਗੋਤਰ ਆਦਿਕ ਮੰਨਦੇ ਹਾਂ। ਵਿਆਹ ਦੇ ਵੇਲੇ ਅਸੀਂ ਪੁੱਛਦੇ ਹਾਂ ਕਿ ਕੀ ਜਾਤ ਆ ਜੀ, ਕੀ ਪਾਤ ਆ ਜੀ ਤੁਹਾਡੀ, ਸਾਰਾ ਕੁਝ ਅਸੀਂ ਪੁੱਛਣ ਲੱਗ ਪਈਦਾ। ਜੇਕਰ ਇਹਨੂੰ ਹਟਾਉਣਾ ਤੇ ਸਿਰਫ ਜੀ ਅਸੀਂ ਗੁਰਬਾਣੀ ਨੂੰ ਫੜ ਲਈਏ। ਹੁਣ ਸਾਡੇ ਵਿੱਚ ਹੀ ਦੇਖ ਲਓ ਕਿ ਅਸੀਂ 4-5 ਬੰਦੇ ਆ, ਸਾਡੇ ਵਿੱਚ ਗੁਰਬਾਣੀ ਦੀ ਵਿਚਾਰ ਦੇ ਪ੍ਰਤੀ ਕਿੰਨਾ ਫਰਕ ਆ ਜਾਂਦਾ ਹੈ। ਠੀਕ ਹੈ ਜੀ, ਇਹਨੂੰ ਸਾਰੇ ਜਗਤ ਦੇ ਵਿੱਚ ਇੱਕ ਕਰਨ ਦੀ ਗੱਲ ਕਰਨੀ ਹੈ ਅਸੀਂ ਹਾਲੇ। ਚਲੋ ਜੀ, that's all I want. Thank you ਜੀ, thank you, that's very informative। ਕਿਉਂਕਿ ਸਾਨੂੰ ਆਮ ਲੋਕਾਂ ਦੇ ਵਿੱਚ ਇਹੀ ਆ, ਉਹ ਫਲਾਣੇ ਨੇ ਕੀਤਾ, ਬਲੇਮ ਗੇਮ ਚੱਲਦੀ ਆ ਵੀ ਉਹਨੇ ਉਹ ਕੀਤਾ, ਉਹਨੂੰ ਐਂ ਕਰਨਾ ਚਾਹੀਦਾ, ਉਹਨੂੰ ਸਵਾਲ ਹੈ ਅਸੀਂ ਕੀ ਕਰ ਰਹੇ ਹਾਂ, ਸਾਡਾ ਕੀ ਰੋਲ ਹੈ ਇਹਦੇ ਵਿੱਚ, ਅਸੀਂ ਉਹਨੂੰ ਨਿਭਾ ਰਹੇ ਹਾਂ ਜਿਹੜਾ ਸਾਡਾ ਐਜ਼ ਏ ਸਿੱਖ ਰੋਲ ਹੋਣਾ ਚਾਹੀਦਾ, ਜਾਂ ਐਜ਼ ਏ ਪਰਸਨ ਔਰ ਐਜ਼ ਏ ਨੇਬਰ, ਜਾਂ ਐਜ਼ ਏ ਬ੍ਰਦਰ ਔਰ ਸਿਸਟਰ ਔਰ ਐਜ਼ ਏ ਫਾਦਰ ਔਰ ਮਦਰ, ਸਾਡਾ ਰੋਲ ਕੀ ਹੈ, ਉਹਨੂੰ ਅਸੀਂ ਨਿਭਾ ਰਹੇ ਹਾਂ। ਜੇ ਅਸੀਂ ਉਹ ਨਹੀਂ ਨਿਭਾ ਰਹੇ, ਜੇ ਗੁਰੂ ਨਾਲ ਜੋੜਨ ਦੀ ਕੋਈ ਗੱਲ ਨਹੀਂ ਕਰ ਰਹੇ, ਆਪ ਨਹੀਂ ਜੋੜ ਰਹੇ, ਤੇ ਲੋਕਾਂ ਨੂੰ ਕਹੀ ਜਾਏ ਉਹਨੇ ਸਾਡੇ ਤੇ ਜ਼ੋਰ ਪਾ ਕੇ ਸਾਡੇ ਮੁੰਡੇ ਨੂੰ ਕ੍ਰਿਸਚੀਅਨ ਬਣਾਤਾ, ਜਾਂ ਉਹ ਸਾਨੂੰ ਲੈ ਗਿਆ, ਉਹਨੇ ਡਰਗ ਐਡਿਕਸ਼ਨ ਸ਼ੁਰੂ ਕਰਵਾਤੀ। That's not the solution of the issue। ਕੀ ਖਿਆਲ ਹੈ ਬਲਜਿੰਦਰ ਸਿੰਘ ਜੀ ਤੁਹਾਡਾ? बहुत बड़ी दिलचस्पी मेरी बढ़ रही है, और एक बहुत बड़ी बात कही है आपने, ये कि सिद्धांत का जो बात कही ना कि प्रिंसिपल फोकस्ड होना चाहिए। प्रिंसिपल फोकस्ड, जनरली जो लोग प्रिंसिपल्स को नहीं मानते हैं वो व्यवहार में भटक जाते हैं। और दूसरी बात कि देखिए, एक जैसे कोई सब लोग पैदा नहीं होते, एक जैसी आंखें भी नहीं होती, एक जैसे हाथों की रेखाएं नहीं होती। तो मतलब यह है कि ब्रॉडली अगर आप सहमत हैं तो एडजस्ट चीजें कर लेनी चाहिए। सिद्धांत में अगर जैसे सिद्धांत है, योर कल्चर इज ए एंटी कास्ट कल्चर, आपका जो सिद्धांत समतावादी है, मानव जाति को एक मानता है, खुदा को, ईश्वर को, अकाल पुरुष को एक मानता है, हक हलाल की कमाई में यकीन करता है, तो भक्ति को भक्ति मानता है, अंधभक्ति नहीं मानता। सुपरस्टिशन और फेथ में अंतर मानता है। तो अगर सिद्धांत में आदमी सहमत है तो मेरे ख्याल से आपने देखा होगा, नहीं मुझे कहना चाहिए कि आपके हर मंदिर में जब कभी ब्राह्मण महंत बैठा होता था तो उसने मूर्तियां भी रख दी थी, और वो गरीब जो सिख होते थे उनको कड़ा प्रसाद भी 9 बजे से पहले नहीं लेने देता था, कहीं छाया लंबी ना पड़ जाए। तो जब गुरु साहिबान के मंदिर में जब शैतानी ताकतें घुस जाएंगी और धर्म को धंधा बना देंगी, तो तब बनाएंगी जब इसका मतलब है सिद्धांत का ठीक से पता नहीं है। अगर सिद्धांत का पता होता तो वहां ब्राह्मण महंत ना बैठता होता और एसजीपीसी को उसे खदेड़ना ना पड़ता। बिल्कुल ठीक है आपकी बात, that makes good sense। हाँ जी, so we are about to end the program क्योंकि it's been over an hour now। 1 minute for each to conclude। I look for a constructive answer over here, not criticize others, but what can we do as to improve our situation within our homes and within our gurdwaras and society around। But it has to begin from us, like peace begins from individual, not from others first। अच्छा ज्ञानी जी, तुम थोड़े शुरू कर दें। ज्ञानी सुच्चा सिंह जी, 1 minute। ਜੀ ਸਰ, ਦੇਖੋ ਕਰਨ ਵਾਸਤੇ ਸਾਨੂੰ ਸਭ ਤੋਂ ਪਹਿਲਾਂ ਗੁਰਬਾਣੀ ਦਾ ਆਸਰਾ ਲੈ ਕੇ ਜਿਹੜੇ ਇਹਦੇ ਵਿੱਚ ਸਿਧਾਂਤ ਦਿੱਤੇ ਗਏ ਆ ਕਿ ਅਸੀਂ ਸਾਰੇ ਬਰਾਬਰ ਆ, ਉਸ ਬਰਾਬਰਤਾ ਦੇ ਸਿਧਾਂਤ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਪੂਰੀ ਤਰ੍ਹਾਂ ਲਾਗੂ ਕਰ ਲਈਏ। ਦੈਟਸ ਆਲ ਵੀ ਨੀਡ ਟੂ ਡੂ। ਸੋ ਜਿਸ ਤਰ੍ਹਾਂ ਮੈਂ ਪਰਸਨਲ ਤੌਰ ਤੇ ਆਪਣੇ ਬੱਚਿਆਂ ਨੂੰ ਕਿਹਾ ਸੀ, ਠੀਕ ਆ ਜੀ, 2 ਗੁੱਡੀਆਂ ਮੇਰੀਆਂ, 1 ਕਾਕਾ, ਤਿੰਨੇ ਬੱਚਿਆਂ ਨੂੰ ਜਦੋਂ ਜਵਾਨ ਹੋਏ ਆ ਤੇ ਇਹਨਾਂ ਨੂੰ ਇਹੀ ਗੱਲ ਕੋਈ ਕਹੀ ਸੀ ਕਿ ਬੱਚਾ ਸਿਰਫ ਤੁਸੀਂ ਪੜ੍ਹਿਆ ਲਿਖਿਆ ਬੱਚਾ ਦੇਖਣਾ,
ਆਪਣੇ ਵਰਗਾ ਠੀਕ ਹੈ ਜੀ, ਜਿੰਨੀ ਤੁਹਾਡੀ ਪੜ੍ਹਾਈ ਹੈਗੀ ਹੈ ਤੇ ਉਹਦਾ ਸਟੈਂਡਰਡ ਜਿੰਨਾ ਤੁਸੀਂ ਚਾਹੁੰਦੇ ਆਪਣੀ ਜ਼ਿੰਦਗੀ ਦੇ ਵਿੱਚ ਸੌਖਾ ਕੰਫਰਟੇਬਲ ਦੇਖਦੇ ਆ। ਤੁਸੀਂ ਜੇਕਰ ਮੋਬਾਈਲ ਹੋਮ 'ਚ ਰਹਿ ਕੇ ਖੁਸ਼ ਹੋ ਤਾਂ ਮੈਨੂੰ ਬੜੀ ਖੁਸ਼ੀ ਹੈ, ਜੇਕਰ ਤੁਸੀਂ $1 ਮਿਲੀਅਨ ਦੇ ਘਰ 'ਚ ਰਹਿ ਕੇ ਖੁਸ਼ ਹੋ ਤਾਂ ਮੈਨੂੰ ਬੜੀ ਖੁਸ਼ੀ ਹੈ। ਉਹ ਸਟੈਂਡਰਡ ਤੁਸੀਂ ਆਪ ਦੇਖਣਾ ਹੈ, ਕਿਸ ਬੰਦੇ ਨੂੰ ਤੁਸੀਂ ਜਿਹੜਾ ਜੀਵਨ ਸਾਥੀ ਬਣਾਉਣਾ। That's all you need to be। ਬਾਕੀ ਮੇਰੇ ਵੱਲੋਂ ਕੋਈ ਜਾਤ ਪਾਤ ਦੇਖਣ ਦੀ ਕੋਈ ਲੋੜ ਨਹੀਂ ਹੈ ਤੁਹਾਨੂੰ, ਬਸ। ਤੋ ਜੇਕਰ ਇਸ ਤਰ੍ਹਾਂ ਥੈਂਕ ਯੂ ਫॉर ਸ਼ੇਅਰਿੰਗ। ਮਨਦੀਪ ਸਿੰਘ ਜੀ 1 ਮਿੰਟ। ਹਾਂਜੀ, ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਣੀ ਦਾ ਬੜਾ ਵਧੀਆ ਤਰੀਕੇ ਦੇ ਨਾਲ ਸਾਰੇ ਸਿੰਘਾਂ ਨੇ ਵਿਚਾਰ ਕੀਤਾ ਹੈਗਾ ਤੇ ਬੜੀ ਖੁਸ਼ੀ ਹੈ ਕਿ ਅਸੀਂ ਵੀ ਇਸ ਮੌਕੇ ਦੇ ਉੱਤੇ ਜਿਹੜੇ ਹੈਗੇ ਆਪਣੇ ਵਿਚਾਰ ਰੱਖੇ ਸਾਰੇ ਸਿੰਘਾਂ ਨੇ। ਤੇ ਗੁਰੂ ਮਹਾਰਾਜ ਕਿਰਪਾ ਕਰੇ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ ਤੇ ਅਸੀਂ ਇਹ ਜੀਵਨ ਦੇ ਵਿੱਚ ਵਿਚਾਰ ਜਦੋਂ ਅਡਾਪਟ ਕਰਾਂਗੇ ਫਿਰ ਸਾਡੇ ਜੀਵਨ ਦੇ ਵਿੱਚੋਂ ਆਪੇ ਨੈਗੇਟਿਵਿਟੀ ਖਤਮ ਹੋ ਜਾਣੀ ਤੇ ਆਪਣੇ ਆਪ ਪੋਜ਼ਿਟਿਵਿਟੀ ਜਿਹੜੀ ਹੈ ਵੱਧਦੀ ਜਾਣੀ ਵਿਚਾਰ ਕਰਕੇ ਤੇ ਉਸ ਵਿਚਾਰ ਨੂੰ ਆਪਣੇ ਜੀਵਨ 'ਚ ਲਾਗੂ ਕਰਕੇ। ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਯਾਨੀ ਧਰਮ ਸਿੰਘ ਜੀ ਬਸ ਇਹੋ ਹੀ ਹੈ ਜੀ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲੱਗ ਰਹਾ ਹੂੰ। ਜਿਹੜੇ ਭਾਈ ਸੁੱਚਾ ਸਿੰਘ ਜੀ ਹੋਰਾਂ ਨੇ ਤੇ ਬਾਕੀ ਸਾਰਾ ਵਿਚਾਰ ਦਿੱਤੇ ਆ, ਸਾਰੇ ਇਹਨਾਂ ਨੂੰ ਆਪਣੇ ਜੀਵਨ ਨੂੰ ਸਵਾਰਨ ਦੀ ਜ਼ਿਆਦਾ ਜ਼ਰੂਰਤ ਆ। ਉਹ ਸਵਾਰ ਕੇ ਫਿਰ ਦੂਸਰਿਆਂ ਦੇ ਵਿੱਚ ਉਹਨੂੰ ਪ੍ਰਚਾਰਿਆ ਜਾ ਸਕਦਾ। ਹਾਂਜੀ, ਥੈਂਕ ਯੂ ਜੀ। ਸਰਦਾਰ ਸੁਖਦੇਵ ਸਿੰਘ ਜੀ 1 ਮਿੰਟ ਕੋਈ ਲਾਸਟ ਵਿਚਾਰ ਸ਼ੇਅਰ ਕਰਨਾ ਹੋਵੇ। ਦੇਖੋ, ਲਾਸਟ ਬੇਨਤੀ ਸਿਰਫ ਇਹੀ ਹੈ, ਅਸੀਂ ਜੇ ਆਪਣੇ ਆਪ ਨੂੰ ਸੁਧਾਰ ਰਹੇ ਹਾਂ ਠੀਕ ਹੈ, ਲੇਕਿਨ ਅਸੀਂ ਜੇ ਸਾਡਾ ਪੰਥ ਤੇ ਕੋਈ ਵਿਪਤਾ ਪੈ ਰਹੀ ਹੈ ਜਾਂ ਆਲੇ ਦੁਆਲੇ ਸਾਡਾ ਭੈਣ ਭਰਾ ਬਿਮਾਰ ਹੈ, ਐਜੂਕੇਸ਼ਨ ਤੋਂ ਪਿੱਛੋਂ ਆ ਜਾਂ ਜਾਤ ਪਾਤ ਕਰਕੇ ਉਹਦੇ ਨਾਲ ਤੁਰਕਾਰਿਆ ਜਾ ਰਿਹਾ ਹੈ, ਤੇ ਸਾਨੂੰ ਉਸ ਪਾਸੇ ਵੀ ਆਲੇ ਦੁਆਲੇ ਵੱਲ ਵੀ ਧਿਆਨ ਜ਼ਰੂਰ ਦੇਣਾ ਚਾਹੀਦਾ। ਆਪਣੇ ਵੱਲ ਤੇ ਧਿਆਨ ਦੇਣਾ ਹੀ ਚਾਹੀਦਾ ਹੈ। ਜੇ ਅਸੀਂ ਆਪਣੇ ਸਮਾਜ ਵਿੱਚ ਵਿਚਰਦੇ ਹਾਂ ਸਾਨੂੰ ਇਹ ਨਹੀਂ ਪਤਾ ਕਿ ਸਾਡਾ ਦੂਸਰਾ ਭਰਾ ਕਿੰਨਾ ਕੁ ਦੁਖੀ ਹੈ, ਉਹਨੂੰ ਕੀ ਚੀਜ਼ ਚਾਹੀਦੀ ਹੈ। ਇਹ ਵਾਸਤੇ ਕੋਈ ਮੈਂ ਨਹੀਂ ਸਮਝਿਆ ਕਿ ਅੱਛੀ ਗੱਲ ਹੈ। ਸਾਨੂੰ ਆਲੇ ਦੁਆਲੇ ਦੇ ਵਾਤਾਵਰਨ ਜੋ ਸਿੱਖੀ ਭਾਈਚਾਰਾ ਹੈ ਉਹਦੇ ਵੱਲ ਸਾਰਾ ਧਿਆਨ ਦੇਣਾ ਚਾਹੀਦਾ। ਥੈਂਕ ਯੂ ਜੀ। ਸਰਦਾਰ ਜਸਵੀਰ ਸਿੰਘ बहुत अच्छे विचार हैं जी। विचार की गल कही है गुरु साहब ने आप भी क्या है, ताल भी 3 वस्तु पई सत संतोख विचारो। इन विचार तो बगैर बाणी पढ़ना, विचार तो बगैर सारे सब कम करी जा रहे रिचुअल वांगू। देयर इज नो प्लेस फॉर रिचुअलिज्म in our principles, in our गुरबाणी। सो सच्चाई और विचार पे ख्याल करना है। सो विचारवान होके उन प्रिंसिपल नो गुरबाणी नु समझ के अपने जीवन करना है। और वी शुड प्रीच, वी शुड प्रैक्टिस व्हाट वी प्रीच। ये नहीं कि बस फोके लेक्चर दे छड़े और आप कुछ नहीं कीता तो ओदा कोई फायदा नहीं है। सो थैंक यू सबके अंदर बाहर ਅਸੀਂ ਇੱਕੋ ਜਿਹੇ ਹੋਣੇ ਚਾਹੀਦੇ ਆ। दैट्स द आइडिया। ਥੈਂਕ ਯੂ ਜੀ। ਡਾਕਟਰ ਕੁਲਵਿੰਦਰ ਸਿੰਘ। ਹਾਂਜੀ ਸਰ, ਗੁਰੂ ਸਾਹਿਬ ਦਾ ਇੱਕ ਸ਼ਬਦ ਹੈ, ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ, ਹਮਰੀ ਬੇਦਨ ਤੂੰ ਜਾਣਦਾ ਸਾਹਾ ਅਵਰ ਕਿਆ ਜਾਣੇ ਕੋਈ। नेक्स्ट पंक्ति है, साचा साहेब सच तू मेरे शाहा, तेरा किया सच सब हो, झूठा किसनू आखिए साहा दूजा नहीं कोई। सो कहंदे कोई झूठा है ही नहीं। ਜਦੋਂ ਆਤਮਿਕ ਤੌਰ ਤੇ ਦੇਖੋ ਸਾਰੇ ਬੰਦੇ ਉਹਦੇ ਬਣਾਏ ਨੇ ਤੇ ਸਾਰੇ ਹੀ ਲਵਫੁਲ ਨੇ। ਦੈਟਸ ਆਲ। ਥੈਂਕ ਯੂ ਜੀ। 1 ਮਿੰਟ ਡਾਕਟਰ ਇੰਦਰਜੀਤ ਸਿੰਘ ਜੀ। ਦਾਸਤਾ ਗੁਰੂ ਰਾਮਦਾਸ ਜੀ ਦਾ ਕਥਨ ਹੈ, ਕਰਮ ਧਰਤੀ ਸਰੀਰ ਕਲਯੁਗ ਵਿੱਚ ਜੇ ਕੋ ਬੀਜੇ ਤੇ ਆ ਫਲ ਖਾਏ, ਗੱਲਾਂ ਉੱਪਰ ਤਪਾਵਸ ਨਾ ਹੋ ਗਈ, ਵਿਸ ਖਾਦੀ ਤਤਕਾਲ ਮਰ ਜਾਏ। ਜਿਵੇਂ ਬੰਦਾ ਜ਼ਹਿਰ ਖਾ ਕੇ ਉਸਲੇ ਮਰ ਜਾਂਦਾ, ਇਸੇ ਤਰ੍ਹਾਂ ਜਿਹੜਾ ਭੈੜਾ ਕੰਮ ਤੁਸੀਂ ਸੋਚ ਲਿਆ ਉਸੇ ਵੇਲੇ ਤੁਹਾਨੂੰ ਉਹਦਾ ਅੰਦਰ ਰਿਜ਼ਲਟ ਮਿਲ ਜਾਣਾ, ਸੰਸਕਾਰ ਤੁਹਾਡਾ ਬਣ ਜਾਣਾ ਭੈੜਾ। ਇਸ ਕਰਕੇ ਜਿਹੜੇ ਧਰਤੀ ਜਿਹੜੀ ਸਾਡਾ ਸਰੀਰ ਹੈ ਇੱਕ ਧਰਤੀ ਹੈ, ਇਹਦੇ ਵਿੱਚ ਕਰਮ ਜਿਹੜੇ ਨੇ ਬੀਜਣੇ ਨੇ ਤੇ ਜੇ ਕਰਮ ਹੋਣ ਉਹਦਾ ਫਲ ਹੋਏਗਾ। ਤੇ ਗੱਲਾਂ ਉੱਪਰ ਤਪਾਵਸ ਨਾ ਹੋਵੇ, ਗੱਲਾਂ ਤੇ ਫੈਸਲਾ ਕੋਈ ਨਹੀਂ ਹੋਣਾ, ਜ਼ਹਿਰ ਖਾਣੀ ਤੇ ਜ਼ਹਿਰ ਮਰਨਾ ਹੀ ਪੈਣਾ। ਇਸ ਕਰਕੇ ਜੇ ਕੋਈ ਕਹੇ ਜੀ ਮੈਂ ਝੂਠ ਬੋਲ ਲਵਾਂ ਤੇ ਮੇਰਾ ਕੰਮ ਚੱਲ ਜੂ, ਇਹ ਨਹੀਂ। ਥੈਂਕ ਯੂ ਜੀ, ਥੈਂਕ ਯੂ। ਸਰਦਾਰ ਬਲਜਿੰਦਰ ਸਿੰਘ ਜੀ ਤੁਸੀਂ ਆਪਣਾ 1 ਮਿੰਟ ਦਿਸ कंक्लूडिंग। सर मेरा तो, मैं तो बस एक ही चीज जानता हूँ, सत्यनाम जो आपने कह दिया, लेकिन मैं इतना कहूंगा कि हर चीज का पक्ष विपक्ष होता है और कार्य कारण से जाना जाता है। वो एक मुझे याद आ रही है कि वो यीशु मसीह को जब पकड़ के लाया गया पायलट के सामने, उसने पूछा सच क्या है, तो वेट नहीं किया, उन्होंने पीठ की और मुस्कुराया, और तो उसने समझे जो राजा ने कह दिया वो सच है। लेकिन ऐसा नहीं होता।
जो पक्ष विपक्ष को जान करके निष्पक्ष होता है, सच पक्षपात नहीं करता, तो सत्यनाम एक बहुत बड़ी जिम्मेदारी भी है और इसको गहराई से समझा जाना चाहिए। कबीर ने जो बात कही है कि सत्यनाम जाना नहीं, लागी मोटी खोर और काया हांडी काट की चढ़ ना सके बहुत, ये जिस समाज को हाय लगी है वही सत्यनाम का सही अर्थ नहीं समझेगा। सत्यनाम बहुत बड़ी चीज है। Yes, thank you. साइंटिफिक है, साइंटिफिक है ये। Exactly. Thank you, Ji. This has been a nice discussion about learning from Guru Ramdas' life and legacy. And thank you for your participation and also for the audience. Please know these views expressed in this are strictly our own and it's not the official policy of Voice of Manavta. So subscribe to this our program if you are not already doing it. Any constructive criticism or suggestions, financial help, always most welcome to improve the quality of our programs. Having said that, next time we will devote our session towards 1984, what lessons we can learn from that situation and how we can improve our lifestyle for the future. ਪੁਲਚੁਕ ਮਾਫ ਕਰਨੀ ਸਭ ਨੂੰ ਮੁੜ ਕੇ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ। ਸਤਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁੱਡ ਨਾਈਟ। ਹਾਂਜੀ।